आप लिहो तुम कथा सुधारी। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ। ਬੋਹਰੋ ਮੰਦਰ ਜਾਏ ਪ੍ਰਵੇਸੇ, ਥਿਰ ਪ੍ਰਿਅੰਕ ਪਰ ਜਬ ਹੂੰ ਬੈਸੇ। ਤਬ ਦਮੋਦਰੀ ਚਲ ਕਰ ਆਈ, ਸੁਤਾ ਬਿਆਹ ਕੀ ਗਥ ਸਮਝਾਈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਰਮ ਸਨਮਾਨਯੋਗ ਗੁਰੂ ਕੀ ਸਾਜੀ ਨਵਾਜੀ ਗੁਰੂ ਖਾਲਸਾ ਸਾਧ ਸੰਗਤ ਜੀਓ, ਅੱਜ ਵਿਸ਼ਵ ਭਰ ਦੇ ਵਿੱਚ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਦੀਆਂ ਸੰਗਤਾਂ ਸਤਿਗੁਰੂ ਅਰਜਨ ਦੇਵ ਜੀ ਮਹਾਰਾਜ ਦਾ ਸ਼ਹੀਦੀ ਦਿਹਾੜਾ ਮਨਾ ਰਹੀਆਂ ਔਰ ਗੁਰੂ ਸਾਹਿਬ ਜੀ ਦੇ ਚਰਨਾਂ 'ਚ ਆਪਣੀ ਸ਼ਰਧਾ ਦੇ ਫੁੱਲ ਭੇਟਾ ਕੀਤੇ। ਸ੍ਰੀ ਅਖੰਡ ਪਾਠ ਸਾਹਿਬ ਜੀ ਦੇ ਭੋਗ ਪਏ, ਦੀਵਾਨ ਸਜੇ ਹਨ ਔਰ ਸਤਿਗੁਰੂ ਮਹਾਰਾਜ ਜੀ ਦਾ ਇਤਿਹਾਸ ਵੀ ਆਪਾਂ ਰੋਜ਼ ਸਰਵਣ ਕਰਦੇ ਹਾਂ। ਧੰਨ ਸਤਿਗੁਰੂ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ, ਮੀਰੀਆਂ ਪੀਰੀਆਂ ਦੇ ਮਾਲਕ ਛੇਵੇਂ ਪਾਤਸ਼ਾਹ ਜੀ ਨੇ ਜਦੋਂ ਸ੍ਰੀ ਅਕਾਲ ਤਖ਼ਤ ਸਾਹਿਬ ਦੀ ਸਿਰਜਣਾ ਕੀਤੀ, ਮੀਰੀ ਪੀਰੀ ਦੀਆਂ ਤੇਗਾਂ ਧਾਰਨ ਕੀਤੀਆਂ। ਗੁਰੂ ਸਾਹਿਬ ਦਾ ਪ੍ਰਤਾਪ ਦੇਖ ਕੇ ਜ਼ਾਲਮ ਦੁਸ਼ਟ ਬੰਦੇ ਰਾਗ ਦਵੈਸ਼ ਈਰਖਾ ਕਰਨ ਲੱਗੇ ਤਾਂ ਸਾਧ ਸੰਗਤ ਜੀ ਗੁਰੂ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਦੇ ਚਰਨਾਂ ਵਿੱਚ ਰਹਿਣ ਵਾਲੇ ਕੁਝ ਗੁਰਸਿੱਖਾਂ ਨੂੰ ਇਸ ਗੱਲ ਦੀ ਚਿੰਤਾ ਵੀ ਹੋਈ। ਜਿਹੜੇ ਵਿਬੁੱਧ ਵਿਵੇਕ ਵਾਲੇ ਸਨ ਉਹ ਤਾਂ ਨਹੀਂ ਡੋਲੇ, ਪਰ ਜਿਹੜੇ ਸ਼ੰਕਾਵਾਦੀਆਂ ਦੇ ਪ੍ਰਭਾਵ ਥੱਲੇ ਆਏ ਉਹ ਸੋਚਾਂ ਵਿਚਾਰਾਂ ਕਰਨ ਲੱਗੇ। ਇਹ ਕਥਾ ਆਪਾਂ ਸਰਵਣ ਕਰ ਚੁੱਕੇ ਹਾਂ। ਹੁਣ ਬੀਬੀ ਵੀਰੋ ਦੇ ਵਿਆਹ ਦੀਆਂ ਤਿਆਰੀਆਂ, ਵਿਆਹ ਦੇ ਦਿਨ ਨੇੜੇ ਹਨ, ਬਰਾਤ ਆਉਣ ਵਾਲੀ ਹੈ, ਪਰ ਮਹਾਰਾਜ ਕੋਈ ਤਿਆਰੀ ਨਹੀਂ ਕਰਦੇ, ਬਸੰਦਾਂ ਨੂੰ ਹੁਕਮ ਨਹੀਂ ਦਿੰਦੇ। ਮਸੰਦ ਵੀ ਬੜੇ ਹੈਰਾਨ ਹਨ ਵੀ ਗੁਰੂ ਸਾਹਿਬ ਐਸਾ ਕਿਉਂ ਕਰਦੇ ਹੈ। ਮਾਤਾ ਦਮੋਦਰੀ ਜੀ ਆਏ ਗੁਰੂ ਸਾਹਿਬ ਦੇ ਮਹਿਲ। ਮਾਤਾ ਦਮੋਦਰੀ ਜੀ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਨੂੰ ਬੇਨਤੀ ਕਰ ਰਹੇ, ਮਹਾਰਾਜ ਵਿਆਹ ਦਾ ਦਿਨ ਨੇੜੇ ਹੈ, ਕੋਈ ਤਿਆਰੀ ਕਰਵਾਓ। ਸੋ ਉਹ ਕਥਾ ਸਰਵਣ ਕਰੀਏ, ਪ੍ਰੇਮ ਨਾਲ ਆਖੀਏ ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ, ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਬੋਹਰੋ ਮੰਦਰ ਜਾਏ ਪ੍ਰਵੇਸੇ। ਮਹਾਰਾਜ ਉੱਠ ਕੇ ਆਪਣੇ ਮਹਿਲਾਂ ਵਿੱਚ ਪ੍ਰਵੇਸ਼ ਕਰ ਗਏ। ਥਿਰ ਪ੍ਰਿਅੰਕ ਪਰ ਜਬ ਹੂੰ ਬੈਸੇ। ਜਦੋਂ ਮਹਾਰਾਜ ਘਰ ਜਾ ਕੇ ਪਲੰਗ ਤੇ ਬੈਠੇ ਹਨ ਤਬ ਦਮੋਦਰੀ ਚਲ ਕਰ ਆਈ, ਤਾਂ ਮਾਤਾ ਦਮੋਦਰੀ ਜੀ ਆਈ ਹੈ। ਸੁਤਾ ਬਿਆਹ ਕੀ ਗਤ ਸਮਝਾਈ। ਮਾਤਾ ਜੀ ਆਏ ਨੇ ਤੇ ਮਾਤਾ ਜੀ ਗੁਰੂ ਸਾਹਿਬ ਨੂੰ ਬੇਨਤੀ ਕਰਦੇ ਨੇ ਕਿ ਮਹਾਰਾਜ ਵਿਆਹ ਦਾ ਸਮਾਂ ਬਹੁਤ ਨੇੜੇ ਹੈ, ਕਿਉਂ ਨਾ ਕਰਾਵਤ ਹੋ ਸਭ ਆਹਰ। ਮਹਾਰਾਜ ਆਪ ਜੀ ਵਿਆਹ ਦੇ ਉਦਮ ਕਿਉਂ ਨਹੀਂ ਕਰਾ ਰਹੇ, ਛੇਤੀ ਕਰੋ, ਵਿਆਹ ਦੀ ਤਿਆਰੀ ਕਰੀਏ। ਕਾਜ ਵਿਸਾਲ ਬਿਦਤ ਭਾ ਜਾਹਰ। ਕੰਮ ਬਹੁਤ ਵੱਡਾ ਹੈ ਮਹਾਰਾਜ, ਬੱਚੀ ਦਾ ਵਿਆਹ ਹੈ, ਬਹੁਤ ਸਾਰੇ ਮੇਲੀ ਰਿਸ਼ਤੇਦਾਰ ਵੀ ਆਉਣੇ ਨੇ ਔਰ ਬਰਾਤ ਵੀ ਆਉਣੀ ਹੈ, ਸੰਗਤਾਂ ਵੀ ਆਉਣੀਆਂ ਨੇ, ਸਾਰਿਆਂ ਦੇ ਸਤਿਕਾਰ ਦੀ ਤਿਆਰੀ ਕਰੀਏ। ਅਬ ਹੈ ਕਰਾਹੇ ਕਹਿ ਚਰਵਾਵਹ। ਮਹਾਰਾਜ ਹਲਵਾਈਆਂ ਨੂੰ ਆਖੋ ਕਿ ਮਠਿਆਈਆਂ ਤੇ ਬਣਾ ਲੈਣ, ਕੜਾਈ ਰੱਖ ਦਈਏ ਤੇ ਬਹੁਤ ਸੋਹਣੀਆਂ ਸੁੰਦਰ ਮਠਿਆਈਆਂ ਵਿਆਹ ਵਾਸਤੇ ਤਿਆਰ ਕਰਵਾਈਏ। ਹਾਂਜੀ। ਜਿਤ ਕਿਤ ਤੇ ਸਭ ਮੇਲ ਬੁਲਾਵਹ। ਔਰ ਜਿੱਥੋਂ ਵੀ ਮੇਲ ਰਿਸ਼ਤੇਦਾਰ ਸੱਜਣ ਮਿੱਤਰ ਚਿੱਠੀਆਂ ਪਾ ਕੇ ਉਹਨਾਂ ਨੂੰ ਸੱਦਾ ਦਈਏ ਵਿਆਹ ਦੇ ਉੱਤੇ। ਸ੍ਰੀ ਸਤਿਗੁਰ ਸੁਨ ਤਬ ਹੈ ਬਖਾਨਾ। ਗੁਰੂ ਹਰਗੋਬਿੰਦ ਸਾਹਿਬ ਜੀ ਮਾਤਾ ਦਮੋਦਰੀ ਜੀ ਦੇ ਬਚਨ ਸੁਣ ਕੇ ਬੋਲੇ, ਕਰਹੁ ਪਕਾਵਨ ਗਨ ਪਕਵਾਨਾ। ਮਹਾਰਾਜ ਕਹਿੰਦੇ ਹਾਂ ਦਮੋਦਰੀ ਜੀ, ਸਾਡਾ ਹੁਕਮ ਹੈ ਵੀ ਵਧੀਆ ਵਧੀਆ ਮਠਿਆਈਆਂ ਪਕਵਾਨ ਤਿਆਰ ਹੋਣ, ਹਲਵਾਈਆਂ ਨੂੰ ਲਾ ਦਿੰਦੇ ਹਾਂ ਅਤੇ ਛੇਤੀ ਨਾਲ ਆਪਾਂ ਮਠਿਆਈ ਬਣਵਾ ਲੈਂਦੇ ਹਾਂ। ਮੇਲ ਹਕਾਰਨ ਬਨਹਿ ਨ ਅਬਹੀ। ਪਰ ਅਜੇ ਮੇਲ ਬੁਲਾਉਣ ਦੀ ਗੱਲ ਬਣਦੀ ਨਹੀਂ। ਰਿਸ਼ਤੇਦਾਰਾਂ ਨੂੰ
ਜਿਹੜੇ ਆਪਣੇ ਨਾਨਕੇ ਹਨ ਔਰ ਮਾਤਾ ਗੰਗਾ ਜੀ ਦੇ ਪੇਕੇ ਸਾਡੇ ਨਾਨਕੇ ਹਨ, ਜਾਂ ਸਾਡੇ ਪਿਤਾ ਜੀ ਦੇ ਨਾਨਕੇ ਗੋਇੰਦਵਾਲ ਸਾਹਿਬ, ਭੱਲੇ ਸਾਹਿਬਜ਼ਾਦੇ, ਗੁਰੂ ਅਮਰਦਾਸ ਜੀ ਦੀ ਅੰਸ਼ ਹੈ, ਜਾਂ ਹੋਰ ਜਿਹੜੇ ਗੁਰੂ ਘਰ ਦੇ ਰਿਸ਼ਤੇ ਹਨ, ਸਾਰਿਆਂ ਨੂੰ ਰਿਸ਼ਤੇਦਾਰਾਂ ਨੂੰ ਬੁਲਾਉਣਾ ਅਜੇ ਨਹੀਂ ਬਣਦਾ। ਅਪਰਕਾਰ ਤਿਆਰੀ ਕਰ ਸਭ ਹੀ। ਪਹਿਲਾਂ ਆਪਾਂ ਤਿਆਰੀ ਕਰ ਲਈਏ, ਫਿਰ ਰਿਸ਼ਤੇਦਾਰਾਂ ਨੂੰ ਬੁਲਾਵਾਂਗੇ। ਮਾਤਾ ਨੂੰ ਅਜੇ ਪਤਾ ਨਹੀਂ, ਗੁਰੂ ਸਾਹਿਬ ਨੂੰ ਪਤਾ ਹੈ ਕੀ ਹੋਣਾ। ਇਸ ਕਰਕੇ ਗੁਰੂ ਸਾਹਿਬ ਆਉਣ ਵਾਲੇ ਸਮੇਂ ਨੂੰ ਜਾਣਦੇ ਨੇ ਤੇ ਮੇਲ ਨੂੰ ਬੁਲਾਉਣ ਵਿੱਚ ਜਾਣਬੁੱਝ ਕੇ ਦੇਰੀ ਕਰ ਰਹੇ ਨੇ। ਸੁਨ ਦਮੋਦਰੀ ਔਰ ਬਿਸਮਾਈ। ਮਾਤਾ ਦਮੋਦਰੀ ਬੜੀ ਹੈਰਾਨ ਹੋਈ ਵੀ ਗੁਰੂ ਸਾਹਿਬ ਜੀ ਇਹ ਕੀ ਕਹਿ ਰਹੇ ਨੇ ਵੀ ਰਿਸ਼ਤੇਦਾਰਾਂ ਨੂੰ ਨਾ ਬੁਲਾਓ ਅਜੇ। ਜੇ ਹੁਣ ਨਹੀਂ ਬੁਲਾਉਣਾ ਤੇ ਕਦੋਂ ਬੁਲਾਉਣਾ? 26 ਤਰੀਕ ਦਾ ਵਿਆਹ ਹੈ ਜੇਠ ਦਾ, ਤੇ 26 ਤਰੀਕ ਨੂੰ ਜੇ ਉਸ ਤੋਂ 2-4 ਦਿਨ ਪਹਿਲਾਂ ਰਿਸ਼ਤੇਦਾਰ ਪੁੱਜਣਗੇ ਤਾਂ ਹੀ ਵਿਆਹ ਹੋਵੇਗਾ। ਤੇ ਮਹਾਰਾਜ ਕਹਿੰਦੇ ਅਜੇ ਬੁਲਾਉਣਾ ਨਹੀਂ। ਕਿਮ ਬੋਲਤ ਲਖੀ ਨਾ ਜਾਈ। ਮਾਤਾ ਹੈਰਾਨ ਹੈ ਵੀ ਗੁਰੂ ਸਾਹਿਬ ਕੀ ਕਹਿ ਰਹੇ ਨੇ। ਗੁਰੂ ਦੀ ਗਤ ਮਿਤ ਕੁਝ ਲਖੀ ਨਹੀਂ ਜਾ ਰਹੀ, ਸਮਝ ਨਹੀਂ ਆ ਰਹੀ। ਕਹਿਓ ਸਭਨ ਸੋ ਕਰਨੀ ਕਾਰ। ਤੇ ਮਾਤਾ ਨੇ ਉੱਠ ਕੇ ਸਾਰਿਆਂ ਨੂੰ ਕਹਿ ਦਿੱਤਾ ਵੀ ਆਪੋ ਆਪਣਾ ਕੰਮ ਜਿਹੜਾ ਉਹ ਕਰੀਏ। ਜਿਹੜੀ ਸੇਵਾ ਹੈ ਲੰਗਰ ਬਣਾਉਣ ਦੀ ਜਾਂ ਮਠਿਆਈਆਂ ਬਣਾਉਣ ਦੀ, ਉਹ ਮਾਤਾ ਨੇ ਸ਼ੁਰੂ ਕਰਵਾ ਦਿੱਤੀ। ਨਹਿ ਇੱਕ ਕੀਨਸ ਮੇਲ ਹਕਾਰ। ਕਹਿੰਦੇ ਹੋਰ ਸਾਰੀਆਂ ਤਿਆਰੀਆਂ ਕਰਵਾਉਣ ਲੱਗੇ, ਪਰ ਮੇਲੀਆਂ ਨੂੰ ਅਜੇ ਕੋਈ ਚਿੱਠੀ ਨਹੀਂ ਪਾਈ। ਅੱਜ ਕੱਲ੍ਹ ਤਾਂ ਵਿਆਹ ਦੇ ਕਾਰਡ ਛਪ ਜਾਂਦੇ ਨੇ ਤੇ ਕਾਰਡ ਦਿੰਦੇ, ਪਹਿਲਾਂ ਹੱਥ ਨਾਲ ਚਿੱਠੀ ਲਿਖਦੇ ਸੀ ਤੇ ਫਿਰ ਉਹ ਚਿੱਠੀ ਜਿਹੜੀ ਹੈ ਲਾਗੀਆਂ ਦੇ ਹੱਥ ਭੇਜੀ ਜਾਂਦੀ ਸੀ, ਨਾਲ ਕਾਵਰਾਂ ਭਰ ਕੇ ਮਠਿਆਈ ਭੇਜੀ ਜਾਂਦੀ ਸੀ। ਜਿਵੇਂ ਨਾਨਕਿਆਂ ਨੂੰ, ਹੋਰ ਰਿਸ਼ਤੇਦਾਰਾਂ ਨੂੰ, ਭੈਣਾਂ ਨੂੰ, ਜਿਹੜੇ ਵੀ ਰਿਸ਼ਤੇਦਾਰ ਹੋਣ, ਦਾਦਕੇ, ਨਾਨਕੇ, ਚਾਚੇ, ਤਾਏ, ਦੂਰ ਦੁਰਾਡੇ, ਉਹਨਾਂ ਸਾਰਿਆਂ ਨੂੰ ਬੁਲਾਇਆ ਜਾਂਦਾ ਸੀ। ਸੋ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਨੇ ਉਹ ਚਿੱਠੀਆਂ ਜੇ ਵਿਆਹ ਦੀਆਂ ਜਿਹੜੀਆਂ ਨੇ ਉਹ ਨਹੀਂ ਤੋਰੀਆਂ। ਭਾਂਤ ਭਾਂਤ ਕੀ ਹੋਥ ਮਿਠਾਈ। ਵਧੀਆ ਵਧੀਆ ਭਾਂਤ ਭਾਂਤ ਦੀਆਂ ਮਠਿਆਈਆਂ ਬਣਨ ਲੱਗੀਆਂ। ਕਰ ਕਰ ਤਿਆਰ ਧਰ ਹੈ ਇੱਕ ਥਾਈ। ਤੇ ਉਹ ਮਠਿਆਈਆਂ ਤਿਆਰ ਕਰ ਕਰਕੇ ਇਕੱਠੀਆਂ ਇੱਕ ਥਾਂ ਤੇ ਰੱਖ ਰਹੇ ਨੇ। ਇੱਕ ਕੋਠੇ ਦੇ ਵਿੱਚ ਭੰਡਾਰਾ ਬਣਾ ਲਿਆ, ਉਸ ਭੰਡਾਰੇ ਦੇ ਵਿੱਚ ਮਠਿਆਈਆਂ, ਸੁੰਦਰ ਜਲੇਬੀਆਂ, ਲੱਡੂ, ਹੋਰ ਜਿਹੜੀਆਂ ਸ਼ੱਕਰਪਾਰੇ, ਉਹ ਸਾਰੀਆਂ ਮਠਿਆਈਆਂ ਤਿਆਰ ਕਰ ਕਰਕੇ ਇੱਕ ਕੋਠੇ 'ਚ ਰੱਖੀਆਂ ਜਾ ਰਹੀਆਂ ਨੇ। ਲੋਕਨ ਬਿਖੈ ਬਿਦਤ ਸਭ ਹੋਈ। ਤੇ ਸਾਰੇ ਲੋਕਾਂ ਨੂੰ ਪਤਾ ਲੱਗ ਗਿਆ ਵੀ ਗੁਰੂ ਸਾਹਿਬ ਦੀ ਬੇਟੀ ਦਾ ਵਿਆਹ ਹੈ ਤੇ ਉਹਦੇ ਲਈ ਹਲਵਾਈ ਬਹਿ ਗਏ ਨੇ। ਮੇਲ ਬੁਲਾਵਨ ਕਿਉ ਨਾ ਕੋਈ। ਤੇ ਲੋਕ ਹੈਰਾਨ ਇਸ ਗੱਲ ਤੋਂ ਨੇ ਵੀ ਹਲਵਾਈ ਲੱਗੇ, ਮਠਿਆਈਆਂ ਬਣ ਰਹੀਆਂ, ਤੇ ਗੁਰੂ ਜੀ ਨੇ ਮੇਲ ਕਿਉਂ ਨਹੀਂ ਬੁਲਾਇਆ? ਮੇਲ ਤਾਂ ਜ਼ਰੂਰੀ ਹੁੰਦਾ। ਪਹਿਲਾਂ ਤਾਂ ਮੇਲ ਨੂੰ ਬੁਲਾਉਂਦੇ ਆ, ਚਿੱਠੀਆਂ ਲਿਖਦੇ ਆ ਵੀ ਆਓ ਸਾਡੇ ਵਿਆਹ 'ਚ ਆਉਣਾ। ਇਹ ਜ਼ਰੂਰੀ ਕੰਮ ਹੁੰਦਾ, ਵਿਆਹ ਦੇ ਕਾਰਡ ਵੰਡਣੇ। ਅੱਜ ਕੱਲ੍ਹ ਵੀ ਜਿਹੜਾ ਬੰਦਾ ਕੋਈ ਰਹਿ ਗਿਆ ਉਹ ਕੱਲ੍ਹ ਨੂੰ ਉਲਾਂਭਾ ਦੇਵੇਗਾ ਵੀ ਸਾਨੂੰ ਬੁਲਾਇਆ ਨਹੀਂ। ਇਹ ਬੜਾ ਜ਼ਿੰਮੇਵਾਰੀ ਵਾਲਾ, ਸਭ ਤੋਂ ਜ਼ਿਆਦਾ ਔਖਾ ਕੰਮ ਇਹ ਹੁੰਦਾ ਵਿਆਹ ਵਿੱਚ। ਜੇ ਰਿਸ਼ਤੇਦਾਰਾਂ ਨੂੰ ਪਹਿਲਾਂ ਉਹਦੀ ਲਿਸਟ ਬਣਾਉਣੀ ਪੈਂਦੀ ਹੈ, ਯਾਦ ਕਰਨਾ ਪੈਂਦਾ, ਕੋਈ ਰਹਿ ਤਾਂ ਨਹੀਂ ਗਿਆ। ਜੇ ਕੋਈ ਨਾ ਬੁਲਾਇਆ ਗਿਆ, ਕਿਸੇ ਨੂੰ ਕਾਰਡ ਨਾ ਦਿੱਤਾ ਗਿਆ, ਤੇ ਸਾਰੀ ਉਮਰ ਦੀ ਉਹ ਫਿਰ ਸਾਰੀ ਉਮਰ ਦਾ ਉਲਾਂਭਾ ਹੁੰਦਾ ਵੀ ਤੁਸੀਂ ਸਾਨੂੰ ਬੁਲਾਇਆ ਨਹੀਂ ਸੀ। ਇਸ ਕਰਕੇ ਸਾਧ ਸੰਗਤ ਜੀ, ਮਹਾਰਾਜ ਦੇ ਜਿਹੜੇ ਪਰਿਵਾਰ ਦੇ ਜੀਅ ਹਨ ਉਹ ਸੋਚਾਂ 'ਚ ਪੈ ਗਏ ਵੀ ਮਹਾਰਾਜ ਬੁਲਾਉਂਦੇ ਕਿਉਂ ਨਹੀਂ ਰਿਸ਼ਤੇਦਾਰਾਂ ਨੂੰ, ਇਹ ਵਿਆਹ ਦੇ ਚਿੱਠੇ ਕਿਉਂ ਨਹੀਂ ਲਿਖਦੇ ਸਤਿਗੁਰੂ। ਇਹ ਵੀ ਨਹੀਂ ਰੀਤ ਕੁਛ ਕੀਨੀ। ਕਹਿੰਦੇ ਹੋਰ ਤਾਂ ਰੀਤਾਂ ਨਵੀਆਂ ਕੀਤੀਆਂ ਹੀ ਛੇਵੇਂ ਪਾਤਸ਼ਾਹ ਨੇ, ਆਹ ਵੀ ਕੋਈ ਨਵੀਂ ਰੀਤ ਕੱਢਣ ਲੱਗੇ। ਕਹਿੰਦੇ ਅੱਗੇ ਤੇ ਗੁਰੂਆਂ ਦੀ ਰੀਤ ਸੀ ਭਗਤੀ ਕਰਨੀ, ਕੀਰਤਨ ਕਰਨਾ, ਕਥਾ ਕਰਨੀ, ਗੁਰਦੁਆਰੇ 'ਚ ਲੰਗਰ ਚਲਾਉਣਾ। ਚਲੋ ਉਹ ਤੇ ਸਾਰਾ ਇਹਨਾਂ ਨੇ ਹੋਰ ਕਰ ਦਿੱਤਾ ਵੀ ਨਾਲ ਨਗਾਰੇ ਵਜਾਓ, ਸ਼ਿਕਾਰ ਖੇਡੋ, ਘੋੜੇ ਰੱਖੋ,
ਫੌਜਾਂ ਤਿਆਰ ਕਰੋ, ਅਕਾਲ ਤਖਤ ਬਣਾਓ, ਕਲਗੀਆਂ ਲਾਓ। ਇਹ ਤਾਂ ਨਵੀਆਂ ਰੀਤਾਂ ਕੀਤੀਆਂ ਇਹਨਾਂ ਨੇ। ਇਹ ਵੀ ਕੋਈ ਨਵੀਂ ਰੀਤ ਆ? ਕਹਿੰਦੇ ਵੀ ਵਿਆਹ ਤੇ ਬੁਲਾਉਣਾ ਨਹੀਂ ਕਿਸੇ ਨੂੰ, ਹੈ ਕਾਰਡ ਨਹੀਂ ਭੇਜਣਾ ਵਿਆਹ ਤੇ, ਕਿਸੇ ਨੂੰ ਸੱਦਣਾ ਨਹੀਂ। ਵਿਆਹ ਕਿਵੇਂ ਕਰਨਗੇ? ਵਿਆਹ ਤਾਂ ਹੁਣ ਭਾਵੇਂ ਕਿਸੇ ਦਾ ਵੀ ਉਹਨੂੰ 5 10 20 50 ਜੀ ਆਪਣੇ ਬੁਲਾਣੇ ਪੈਂਦੇ ਆ। ਕਹਿੰਦੇ ਠੀਕ ਹੈ ਵੀ ਗੁਰੂ ਹਰਗੋਬਿੰਦ ਸਾਹਿਬ ਨੇ ਨਵੀਆਂ ਰੀਤਾਂ ਸ਼ੁਰੂ ਕੀਤੀਆਂ। ਇਹ ਵੀ ਕੋਈ ਨਵੀਂ ਰੀਤ ਹੀ ਲੱਗਦੀ ਹੈ ਵੀ ਜਿਹੜਾ ਵਿਆਹ ਦੇ ਉੱਤੇ ਸੱਦਾ ਨਹੀਂ ਦੇ ਰਹੇ ਕਿਸੇ ਨੂੰ। ਹਾਂਜੀ, ਕੁਲ ਕੀ ਚਾਲ ਤਿਆਗ ਕਰ ਦੀਨੀ। ਕਹਿੰਦੇ ਆਪਣੀ ਕੁਲ ਦੀ ਚਾਲ ਹੀ ਤਿਆਗੀ ਜਾਂਦੇ ਹੈ। ਇਹ ਪਰਿਵਾਰ ਨੂੰ ਨਹੀਂ ਬੁਲਾਉਣਾ, ਨਾਨਕੇ ਨਹੀਂ ਬੁਲਾਣੇ, ਦਾਦਕੇ ਨਹੀਂ ਬੁਲਾਣੇ, ਤੇ ਫਿਰ ਵਿਆਹ ਕਿਵੇਂ ਕਰਨਗੇ? ਲੜਕੀ ਦਾ ਵਿਆਹ ਹੈ, ਜੇ 10 20 50 100 ਬੰਦਾ ਰਿਸ਼ਤੇਦਾਰ ਨਾ ਹੋਵੇ ਤੇ ਭਾਈਚਾਰਾ ਇਕੱਠਾ ਨਾ ਹੋਵੇ ਤੇ ਉਹ ਵਿਆਹ ਕਿਵੇਂ ਸੋਹਣਾ ਲੱਗੇਗਾ। ਹਾਂਜੀ, ਪੁਨ ਦਮੋਦਰੀ ਕਹਿ ਬਹੁ ਬਾਰੀ। ਮਾਤਾ ਦਮੋਦਰੀ ਕੋਲ ਰਿਹਾ ਨਹੀਂ ਜਾਂਦਾ। ਮਾਤਾ ਬਾਰ-ਬਾਰ ਕਹਿੰਦੀ ਹੈ ਉੱਤਰ ਦਿਓ ਨਾ ਤੂਸ਼ਨ ਧਾਰੀ। ਮਹਾਰਾਜ ਨੂੰ ਹੱਥ ਜੋੜ ਕੇ ਮਾਤਾ ਕਹਿੰਦੀ ਮਹਾਰਾਜ ਆਪ ਜੀ ਚੁੱਪ ਕਰਕੇ ਬੈਠੇ ਰਹਿੰਦੇ ਹੋ, ਦੱਸਦੇ ਕਿਉਂ ਨਹੀਂ ਵੀ ਰਿਸ਼ਤੇਦਾਰਾਂ ਨੂੰ ਕਿਉਂ ਨਹੀਂ ਬੁਲਾਉਂਦੇ? ਵਿਆਹ ਦਾ ਦਿਨ ਨੇੜੇ ਆ, ਜੇਠ ਦੀ 26 ਤਰੀਕ ਨੂੰ ਵਿਆਹ ਹੈ। ਬਰਾਤ ਆਉਣੀ ਆਪਣੇ ਘਰ, ਸੁੱਖਾਂ ਨਾਲ ਆਪਣੀ ਧੀ ਡੋਲੀ ਚਾੜਨੀ ਆਪਾਂ, ਤੇ ਅਜੇ ਤੱਕ ਤੁਸੀਂ ਕੋਈ ਕਾਰਡ ਨਹੀਂ ਭੇਜਿਆ, ਕੋਈ ਵਿਆਹ ਦਾ ਸੱਦਾ ਕਿਸੇ ਨੂੰ, ਕੋਈ ਸੁਨੇਹਾ ਜਿਵੇਂ ਚਿੱਠੀ ਭੇਜੀ ਦੀ ਹੈ ਜਾਂ ਕੋਈ ਭਾਜੀ ਭੇਜੀ ਦੀ ਹੈ ਨਾਲ, ਉਹ ਤੁਸੀਂ ਭੇਜੀ ਨਹੀਂ ਅਜੇ ਤਾਈਂ। ਹਾਂਜੀ, ਇੱਕ ਦਿਨ ਸਿੱਖ ਜਿਸ ਥਲ ਗੁਰਦਾਸ। ਆਖੋ ਸਤਨਾਮ ਸ੍ਰੀ ਵਾਹਿਗੁਰੂ। ਇੱਕ ਦਿਨ ਸਾਰੇ ਸਿੱਖ ਇਕੱਠੇ ਹੋਏ, ਬੈਠੇ ਬਰਿੰਦ ਜਾਏ ਕਰ ਪਾਸ। ਤੇ ਇਕੱਠੇ ਹੋ ਕੇ ਭਾਈ ਗੁਰਦਾਸ ਕੋਲ ਜਾ ਬੈਠੇ। ਭਾਈ ਗੁਰਦਾਸ ਜੀ ਜੋ ਗੁਰੂ ਅਰਜਨ ਦੇਵ ਜੀ ਦੇ ਮਾਮਾ ਜੀ ਸਨ, ਗੁਰੂ ਅਮਰਦਾਸ ਦੇ ਭਤੀਜੇ ਸਨ, ਬੀਬੀ ਭਾਨੀ ਦੇ ਭਾਈ ਸਨ। ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਸਰੂਪ ਉਹਨਾਂ ਨੇ ਲਿਖਿਆ। ਉਹਨਾਂ ਦੀ ਬਾਣੀ ਨੂੰ ਗੁਰੂ ਕੀ ਬਾਣੀ ਦੀ ਕੁੰਜੀ ਕਹਿੰਦੇ। 40 ਵਾਰਾਂ ਲਿਖੀਆਂ ਭਾਈ ਸਾਹਿਬ ਨੇ, 675 ਕਵਿਤ ਸਵਈਏ ਲਿਖੇ, 6 ਸ਼ਲੋਕ ਸੰਸਕ੍ਰਿਤੀ 'ਚ ਲਿਖਿਆ, ਜਦ ਵਾਹਿਗੁਰੂ ਮੰਤਰ ਦਾ ਮਹਾਤਮ ਦੱਸਿਆ। ਬੜੇ ਵਿਦਵਾਨ ਹੋਏ। ਉਹਨਾਂ ਮਹਾਂਪੁਰਸ਼ਾਂ ਦੇ ਕੋਲ ਸਾਰੀ ਸੰਗਤ ਗਈ ਹੈ। ਬਦਲੀ ਸੋਢੀ ਸੇਠ ਗੋਪਾਲਾ। ਉਹ ਸਿੱਖ ਕਿਹੜੇ ਸਨ ਜਿਹੜੇ ਭਾਈ ਗੁਰਦਾਸ ਕੋਲ ਗਏ? ਇੱਕ ਦਾ ਨਾਂ ਸੀ ਬਦਲੀ ਸੋਢੀ, ਇੱਕ ਦਾ ਨਾਂ ਸੀ ਸੇਠ ਗੋਪਾਲਾ। ਹਾਂਜੀ, ਤਖਤੂ ਤੀਰਥ ਨਵਰ ਨਿਹਾਲਾ। ਭਾਈ ਤਖਤੂ, ਭਾਈ ਨਵਲਾ ਤੇ ਭਾਈ ਨਿਹਾਲਾ ਜੀ। ਕਿਸ਼ਨਾ ਜੈਤ ਤਲੋਕਾ ਸੂਰ। ਭਾਈ ਕਿਸ਼ਨਾ, ਭਾਈ ਜੈਤਾ, ਭਾਈ ਸੂਰ, ਏਦਾਂ ਇਹ ਸਿੱਖ ਜਿਹੜੇ ਹਨ। ਸਿੱਖ ਤੁਲਸੀਆ ਰਹਿਤ ਹਜੂਰ। ਭਾਈ ਤੁਲਸੀਆ, ਇਹ ਗੁਰੂ ਸਾਹਿਬ ਕੋਲ ਰਹਿੰਦੇ ਸੀ, ਉੱਥੇ ਸੇਵਾ ਕਰਦੇ, ਬੜੇ ਕਰਨੀ ਵਾਲੇ ਸਿੱਖ ਹੋਏ ਨੇ। ਭਾਈ ਗੁਰਦਾਸ ਦੀ 11ਵੀਂ ਵਾਰ ਦੇ ਵਿੱਚ ਇਹਨਾਂ ਦੇ ਨਾਮ ਆਉਂਦੇ। ਭਾਈ ਮਨੀ ਸਿੰਘ ਨੇ ਇਹਨਾਂ ਦੀ ਕਥਾ ਲਿਖੀ ਹੈ। ਇਹ ਸਾਰੇ ਸਿੱਖ ਗੁਰੂ ਸਾਹਿਬ ਕੋਲ ਸੇਵਾ ਕਰਦੇ ਸਨ। ਭਾਈ ਕਿਸ਼ਨਾ, ਭਾਈ ਜੈਤਾ, ਭਾਈ ਤਲੋਕਾ, ਭਾਈ ਤੁਲਸੀਆ, ਭਾਈ ਬਦਲੀ ਸੋਢੀ, ਇਹ ਸਾਰੇ ਇਕੱਠੇ ਹੋ ਕੇ ਭਾਈ ਗੁਰਦਾਸ ਕੋਲ ਜਾ ਬੈਠੇ। ਇਤਿਆਦਿਕ ਜਾਨਹੁ ਸਿਪ ਬਰਿੰਦ। ਇਸ ਤੋਂ ਇਲਾਵਾ ਹੋਰ ਵੀ ਕਈ ਸਿੱਖ ਜਿਹੜੇ ਮੁਖੀ ਸਨ, ਪ੍ਰਧਾਨ ਸਨ। ਕੇਤਕ ਗਨੀਐ ਨਾਮ ਬਿਲੰਦ। ਕਿਹਨਾਂ ਦੇ ਨਾਂ ਗਿਣੀਏ। ਵੱਡੇ ਵੱਡੇ ਸਿੱਖ, ਕਮਾਈਆਂ ਵਾਲੇ, ਬੰਦਗੀ ਵਾਲੇ, ਜਪੀ ਤਪੀ ਗੁਰੂ ਘਰ ਦੇ ਮੋਹਤਬਰ ਸਿੱਖ ਸਨ। ਹਾਥ ਜੋੜ ਗੁਰਦਾਸ ਅਗਾਰੀ। ਇਹਨਾਂ ਸਾਰਿਆਂ ਸਿੱਖਾਂ ਨੇ ਹੱਥ ਜੋੜੇ, ਭਾਈ ਗੁਰਦਾਸ ਜੀ ਦੇ ਅੱਗੇ ਨਮਸਕਾਰ ਕੀਤੀ। ਸਗਰੇ ਸਿੱਖਨ ਗਿਰਾ ਉਚਾਰੀ। ਫਿਰ ਸਾਰੇ ਸਿੱਖਾਂ ਨੇ ਬੇਨਤੀ ਕੀਤੀ, ਜਹ ਕਹਿ ਵਧੀ ਗੁਰੂ ਕੀ ਨਿੰਦਾ। ਕਹਿੰਦੇ ਭਾਈ ਸਾਹਿਬ ਜੀ, ਗੁਰੂ ਹਰਗੋਬਿੰਦ ਸਾਹਿਬ ਦੀ ਬੜੀ ਨਿੰਦਾ ਹੋ ਰਹੀ ਹੈ। ਜਿੱਥੇ ਕਿੱਥੇ ਲੋਕ 6ਵੇਂ ਪਾਤਸ਼ਾਹ ਦੀ ਬਦਨਾਮੀ ਕਰਦੇ ਨੇ, 6ਵੇਂ ਪਾਤਸ਼ਾਹ ਦੇ ਬਾਰੇ ਉਂਗਲਾਂ ਚੁੱਕਦੇ ਨੇ, ਕਿੰਤੂ ਪਰੰਤੂ ਕਰਦੇ ਨੇ। ਸੁਨ ਨਹਿ ਜਰੀ ਜਾਏ ਚਿਤ ਚਿੰਦਾ। ਸਾਡੇ ਕੋਲੋਂ ਸੁਣ ਕੇ ਜਰੀ ਨਹੀਂ ਜਾਂਦੀ, ਮਨ ਵਿੱਚ ਪਰੇਸ਼ਾਨੀ ਹੁੰਦੀ ਹੈ। ਜਦੋਂ ਲੋਕ ਨਿੰਦਾ ਕਰਦੇ ਸਾਡੇ ਗੁਰੂ ਦੀ, ਤੇ ਸਾਡਾ ਮਨ ਦੁਖੀ ਹੁੰਦਾ ਹੈ।
ਤੁਮ ਅਰ ਵੱਡੇ ਜੋ ਬੁੱਢਾ ਸਾਹਿਬ। ਤੁਸੀਂ ਵੱਡੇ ਹੋ ਭਾਈ ਗੁਰਦਾਸ ਜੀ, ਸਾਰੇ ਪੰਥ ਵਿੱਚ ਸਤਿਕਾਰਯੋਗ ਹੋ। ਤੁਸੀਂ ਗੁਰੂ ਅਮਰਦਾਸ ਜੀ ਦੇ ਪਰਿਵਾਰ ਵਿੱਚੋਂ ਹੋ। ਤੇ ਦੂਜੇ ਬਾਬਾ ਬੁੱਢਾ ਸਾਹਿਬ ਜੀ ਬ੍ਰਹਮ ਗਿਆਨੀ, ਉਹ ਵੱਡੇ ਨੇ, ਉਹਨਾਂ ਨੂੰ ਸਾਰਾ ਪੰਥ ਮੰਨਦਾ। ਗੁਰੂ ਨਾਨਕ ਦੇਵ ਜੀ ਦੇ ਸਮੇਂ ਤੋਂ ਉਹ ਮਹਾਂਪੁਰਸ਼ ਬੈਠੇ ਨੇ। ਸ੍ਰੀ ਅਰਜਨ ਕੇ ਮਹਾਮ ਸਾਹਿਬ। ਤੁਸੀਂ ਗੁਰੂ ਅਰਜਨ ਦੇਵ ਜੀ ਦੇ ਨਾਲ ਰਹੇ ਹੋ। ਤੁਸੀਂ ਗੁਰੂ ਗ੍ਰੰਥ ਸਾਹਿਬ ਦੀ ਬੀੜ ਲਿਖੀ ਹੈ। ਤੁਸੀਂ ਤੇ ਬਾਬਾ ਬੁੱਢਾ ਜੀ ਮੁਖੀ ਰਹੇ, ਵੱਡੇ ਰਹੇ ਗੁਰੂ ਘਰ ਦੇ। ਹੋਰ ਵੀ ਸਿੱਖ ਬੜੇ ਕਮਾਈਆਂ ਵਾਲੇ, ਪਰ ਜਿਹੜਾ ਦਰਜਾ ਗੁਰੂ ਅਰਜਨ ਦੇਵ ਜੀ ਦੇ ਸਮੇਂ ਬਾਬਾ ਬੁੱਢਾ ਜੀ ਤੇ ਭਾਈ ਗੁਰਦਾਸ ਜੀ ਦਾ, ਉਸ ਤੋਂ ਬਾਅਦ ਹੀ ਸਾਰਿਆਂ ਦਾ ਦਰਜਾ। ਹਾਂਜੀ, ਜੇ ਇਤਿਆਦ ਅਪਰ ਸਿੱਖ ਧੀਰ। ਜਿਹੜੇ ਇਹੋ ਜਿਹੇ ਮਹਾਂਪੁਰਸ਼ ਬਾਬਾ ਬੁੱਢਾ ਜੀ ਵਰਗੇ, ਆਪ ਜੀ ਵਰਗੇ, ਤਿਨ ਹੁਣ ਕਬਹੁ ਬਿਠਾਵਹਿ ਤੀਰ। ਗੁਰੂ ਹਰਗੋਬਿੰਦ ਸਾਹਿਬ ਇਹਨਾਂ ਨੂੰ ਵੀ ਕੋਲ ਨਹੀਂ ਬੰਦੇ, ਤੁਹਾਨੂੰ ਵੀ ਕੋਲ ਨਹੀਂ ਬੰਦੇ, ਬਾਬਾ ਬੁੱਢਾ ਜੀ ਨੂੰ ਵੀ ਕੋਲ ਨਹੀਂ ਬੰਦੇ। ਜਿਮ ਮਲੇਛ ਵੱਡ ਪੈਂਦੇ ਖਾਨ। ਬਸ ਇੱਕੋ ਮੁੰਡਾ ਜਿਹਾ ਪਠਾਣਾ ਦਾ ਪੈਂਦੇ ਖਾਨ ਮਲੇਸ਼ ਤੁਰਕ, ਉਹਨੂੰ ਹਰ ਵੇਲੇ ਕੋਲ ਬਿਠਾ ਕੇ ਕਸਰਤ ਕਰਾਉਂਦੇ ਰਹਿੰਦੇ ਆ। ਕਦੀ ਉਹਨੂੰ ਗੱਤਕਾ ਸਿਖਾਉਂਦੇ ਆ, ਕਦੀ ਉਹਨੂੰ ਢਾਲ ਤਲਵਾਰ ਸਿਖਾਉਂਦੇ ਆ, ਕਦੀ ਉਹਦੀ ਕੁਸ਼ਤੀ ਵੇਖਦੇ ਗੁਰੂ ਸਾਹਿਬ, ਤੇ ਉਹਨੂੰ ਇਨਾਮ ਬੜੇ ਦਿੰਦੇ ਆ। ਤੁਹਾਡੇ ਵਰਗੇ ਮਹਾਂਪੁਰਸ਼ਾਂ ਨੂੰ ਕੋਲ ਨਹੀਂ ਬੰਦੇ, ਬਾਬਾ ਬੁੱਢਾ ਜੀ ਨੂੰ ਨਹੀਂ ਕੋਲ ਬੰਦੇ, ਤੇ ਮੁਸਲਮਾਨਾਂ ਦੇ ਪਠਾਣਾਂ ਦੇ ਮੁੰਡੇ ਨੂੰ ਕੋਲ ਬੰਦੇ ਹਨ। ਰੱਖ ਹੈ ਨਿਕਟ ਪ੍ਰੇਮ ਕੋ ਠਾਨ। ਉਹਦੇ ਨਾਲ ਬੜਾ ਪ੍ਰੇਮ ਕਰਦੇ ਨੇ, ਗੁਰੂ ਜੀ ਨਾਲ ਰੱਖਦੇ ਨੇ। ਪੁਨ ਕੌਲਾ ਕੀ ਬਾਤ ਅਜੋਗ। ਫਿਰ ਜਿਹੜੀ ਮੁਸਲਮਾਨੀ ਕੌਲਾਂ ਦੀ ਗੱਲ, ਉਹ ਵੀ ਠੀਕ ਨਹੀਂ। ਉਹ ਵੀ ਕਾਜੀ ਦੀ ਬੇਟੀ ਗੁਰੂ ਘਰ ਦੇ ਵਿੱਚ ਕੀ ਕਰਦੀ ਹੈ, ਉਹ ਕਿਉਂ ਰਹਿੰਦੀ ਹੈ ਇੱਥੇ, ਉਹਨੂੰ ਕਿਉਂ ਰੱਖਿਆ ਹੈ। ਭਿਖ ਕੋ ਕਰਮ ਨਿੰਦਤ ਹੈ ਜੋ ਲੋਗ। ਲੋਕ ਨਿੰਦਾ ਕਰਦੇ ਨੇ। ਸਾਨੂੰ ਸ਼ੰਕਾ ਨਹੀਂ ਕੋਈ, ਪਰ ਉਹਨਾਂ ਨਿੰਦਕਾਂ ਨੂੰ ਬਹਾਨਾ ਮਿਲਦਾ ਨਾ। ਉਹ ਕਹਿੰਦੇ ਆ ਵੀ ਗੁਰੂ ਸਾਹਿਬ ਨੂੰ ਇਹ ਕੌਲਾਂ ਅਤੇ ਪੈਂਦੇ ਖਾਂ ਨੂੰ ਆਪਣੇ ਕੋਲ ਰੱਖਣ ਦੀ ਕੀ ਲੋੜ ਹੈ। ਤੁਮ ਸ੍ਰੀ ਗੁਰੂ ਅਰਜਨ ਕੇ ਮੇਲੀ। ਪਰ ਮਹਾਰਾਜ ਭਾਈ ਗੁਰਦਾਸ ਜੀ, ਤੁਸੀਂ ਤਾਂ ਗੁਰੂ ਅਰਜਨ ਦੇਵ ਜੀ ਦੇ ਨਾਲ ਰਹੇ ਹੋ, ਗੁਰੂ ਰਾਮਦਾਸ ਜੀ ਦੇ ਨਾਲ ਰਹੇ ਹੋ, ਗੁਰੂ ਅਮਰਦਾਸ ਜੀ ਦੇ ਨਾਲ ਰਹੇ ਹੋ। ਤੁਸੀਂ ਵੱਡੇ ਹੋ। ਕਿਉ ਸਮਝਾਏ ਨਾ ਠਾਨਹੁ ਠੇਲੀ। ਤੁਸੀਂ ਗੁਰੂ ਸਾਹਿਬ ਨੂੰ ਸਮਝਾ ਸਕਦੇ। ਤੁਸੀਂ ਕਹੋ ਵੀ ਆਹ ਜਿਹੜਾ ਪਠਾਣਾ ਦਾ ਮੁੰਡਾ ਹੈ ਇਹਨੂੰ ਪਰੇ ਕਰ ਦੇਣ, ਤੇ ਆਹ ਜਿਹੜੀ ਤੁਰਕਣੀ ਹੈ ਕੌਲਾਂ, ਇਹਨੂੰ ਵੀ ਗੁਰੂ ਘਰ ਤੋਂ ਪਰੇ ਕਰ ਦੇਣ। ਸੁਨ ਗੁਰਦਾਸ ਕਹੀ ਨਿਜ ਬਾਣੀ। ਇਹ ਸੁਣ ਕੇ ਭਾਈ ਗੁਰਦਾਸ ਜੀ ਆਪਣੀ ਬਾਣੀ ਰਚਦੇ। ਉਹਨਾਂ ਨੇ ਆਪਣੀ ਬਾਣੀ 'ਚ ਸਾਰੀਆਂ ਗੱਲਾਂ ਲਿਖੀਆਂ। ਇਹ ਜਿਹੜੇ ਬਚਨ ਚੱਲ ਰਹੇ ਨਾ, ਇਹ ਭਾਈ ਗੁਰਦਾਸ ਦੀ ਜੀ 26ਵੀਂ ਵਾਰ ਵਿੱਚ ਆਉਂਦੇ। ਜੋ ਲੋਕ ਕਹਿੰਦੇ ਸੀ ਉਹ ਵੀ ਆਉਂਦੇ ਆ, ਤੇ ਜਿਹੜਾ ਭਾਈ ਗੁਰਦਾਸ ਜੀ ਦਾ ਉਹਦੇ ਬਾਰੇ ਸਪਸ਼ਟੀਕਰਨ ਹੈ, ਜੋ ਭਾਈ ਗੁਰਦਾਸ ਜੀ ਨੇ ਉਹਦੇ ਬਾਰੇ ਬੜਾ ਸਾਫ਼ ਕਲੀਅਰ ਕੀਤਾ ਵੀ ਇਹ ਗੱਲ ਕੀ ਹੈ, ਉਹ ਵੀ ਲਿਖਿਆ। 2 ਪੌੜੀਆਂ ਨੇ ਆਮਣੇ ਸਾਹਮਣੇ। ਹਾਂਜੀ, ਇੱਕ ਪੌੜੀ ਵਿੱਚ ਵਾਰ ਵਖਾਨੀ। ਇੱਕ ਪਹਿਲੀ ਜਿਹੜੀ ਪੌੜੀ ਹੈ ਆਪਣੀਆਂ ਵਾਰਾਂ 'ਚ, ਉਹਦੇ 'ਚ ਭਾਈ ਗੁਰਦਾਸ ਜੀ ਨੇ ਲੋਕਾਂ ਦੇ ਖਿਆਲ ਦੱਸੇ ਹੈ ਵੀ ਜਿਵੇਂ ਲੋਕ ਕਹਿੰਦੇ ਹੁੰਦੇ ਸੀ, ਮੰਜੀ ਬਹਿ ਸੰਤੋਖ ਦਾ, ਕੁੱਤੇ ਰੱਖ ਸ਼ਿਕਾਰ ਖੜਾਇਆ, ਉਮਤ ਪਾਤਸ਼ਾਹ ਕਰ ਆਮਦੇ, ਗੜ ਚੜਿਆ ਪਾਤਸ਼ਾਹ ਚੜਾਇਆ, ਉਮਤ ਮੈਲ ਨਾ ਪਾਉਂਦੀ, ਦੋਖੀ ਦੁਸ਼ਟ ਆਗੂ ਮੂੰਹ ਲਾਇਆ, ਬਾਣੀ ਕਰ ਗੁਣ ਗਾਵਦਾ, ਕਥੇ ਨ ਸੁਣੇ ਨ ਗਾਵ ਸੁਣਾਇਆ, ਨੱਠਾ ਫਿਰੇ ਨਾ ਡਰੇ ਡਰਾਇਆ। ਕਹਿੰਦੇ ਸ਼ੰਕਾਵਾਦੀ ਇਹ ਸ਼ੰਕਾ ਕਰਦੇ ਨੇ ਕਿ ਪਹਿਲੇ ਗੁਰੂ ਤੇ ਮੰਜੀ ਤੇ ਬਹਿ ਕੇ ਉਪਦੇਸ਼ ਦਿੰਦੇ ਸੀ, ਇਹ ਗੁਰੂ ਤੇ ਘੋੜਿਆਂ ਤੇ ਚੜ੍ਹ ਕੇ ਕੁੱਤੇ ਰੱਖ ਕੇ ਸ਼ਿਕਾਰ ਖੇਡਣ ਜਾਂਦੇ ਨੇ। ਗੁਰੂ ਦਾ ਕੀ ਕੰਮ ਹੈ ਸ਼ਿਕਾਰ ਖੇਡਣਾ? ਗੁਰੂ ਨੂੰ ਕੀ ਲੋੜ ਹੈ ਸ਼ਿਕਾਰ ਖੇਡਣ ਦੀ, ਹਥਿਆਰ ਰੱਖਣ ਦੀ, ਤਖਤ ਬਣਾਉਣ ਦੀ? ਇੱਦਾਂ ਦੇ ਕਿੰਤੂ ਜਿਹੜੇ ਹਨ ਉਹ ਸ਼ੰਕਾਵਾਦੀ ਕਰਦੇ ਹਨ। ਚੌਪਈ ਨਹਿ ਚਿੰਤਾ ਤੁਮ ਮਨ ਮਹਿ ਧਾਰੋ। ਭਾਈ ਗੁਰਦਾਸ ਜੀ ਕਹਿਣ ਲੱਗੇ, ਸਿੱਖੋ ਤੁਸੀਂ ਇਹਨਾਂ ਗੱਲਾਂ ਦਾ ਮਨ ਵਿੱਚ ਸ਼ੰਕਾ ਨਾ ਕਰੋ, ਚਿੰਤਾ ਨਾ ਕਰੋ। ਇਹ ਦੁਨੀਆ ਨਿੰਦਦੀ ਹੈ ਨਾ, ਇਹਨਾਂ ਨੇ ਜਿੰਨੇ ਵੀ ਅਵਤਾਰ ਹੋਏ ਨੇ ਦੁਨੀਆ ਦੇ, ਸਾਰਿਆਂ ਦੀ ਨਿੰਦਾ ਕੀਤੀ ਹੈ। ਇਹ ਦੁਨੀਆ ਨੇ ਜਿੰਨੇ ਵੀ ਮਹਾਂਪੁਰਸ਼ ਹੋਏ ਨੇ
ਸ੍ਰੀ ਰਾਮਚੰਦਰ ਜੀ, ਕ੍ਰਿਸ਼ਨ ਜੀ, ਉਹਨਾਂ ਦੇ ਜ਼ਮਾਨੇ 'ਚ ਨਿੰਦਾ ਹੁੰਦੀ ਸੀ। ਹਜ਼ਰਤ ਈਸਾ ਨੂੰ ਸੂਲੀ 'ਤੇ ਟੰਗ ਦਿੱਤਾ, ਉਹਨਾਂ ਦੀ ਨਿੰਦਾ ਕਰਦੇ ਸੀ। ਮੁਹੰਮਦ ਸਾਹਿਬ ਨੂੰ ਮੱਕੇ ਤੋਂ ਕੱਢ ਹੀ ਦਿੱਤਾ ਸੀ, ਉਹਨਾਂ ਦੀ ਨਿੰਦਾ ਕਰਦੇ। ਮਹਾਤਮਾ ਬੁੱਧ ਨੂੰ ਬੜੇ ਦੁੱਖ ਦਿੱਤੇ ਸੀ, ਉਹਨਾਂ ਨੂੰ ਮਾਰਨ ਦੇ, ਕਤਲ ਕਰਨ ਦੇ ਵੀ ਯਤਨ ਕੀਤੇ ਸੀ। ਅਤੇ ਜਿੰਨੇ ਵੀ ਸਾਧੂ ਸੰਤ ਹੋਏ, ਹੋਰ ਵੀ ਭਗਤ ਕਬੀਰ ਜੀ ਮਹਾਰਾਜ, ਨਾਮਦੇਵ ਜੀ, ਰਵਿਦਾਸ ਜੀ, ਸਾਰਿਆਂ ਨੂੰ ਦੁੱਖ ਦਿੱਤੇ। ਗੁਰੂ ਨਾਨਕ ਦੇਵ ਜੀ ਦੀ ਵੀ ਨਿੰਦਾ ਕੀਤੀ। ਅਤੇ ਇਹ 6ਵੇਂ ਪਾਤਸ਼ਾਹ ਦੀ ਜੇ ਨਿੰਦਾ ਕਰਦੇ ਨਾ, ਤੁਸੀਂ ਇਹਦੀ ਚਿੰਤਾ ਨਾ ਕਰੋ। ਹਾਂਜੀ, ਗੁਰ ਕੋ ਪੂਰਨ ਬ੍ਰਹਮ ਵਿਚਾਰੋ। ਗੁਰੂ ਜੋ ਹੈ ਨਾ, ਗੁਰੂ ਸੰਸਾਰ ਦੀ ਮਰਿਆਦਾ 'ਚ ਬੱਝਾ ਹੋਇਆ ਨਹੀਂ। ਗੁਰੂ ਪੂਰਨ ਬ੍ਰਹਮ ਹੈ, ਅਤੇ ਬ੍ਰਹਮ ਦੇ ਵਿੱਚ ਜੋ ਕੁਝ ਵੀ ਹੁੰਦਾ ਉਹ ਠੀਕ ਹੀ ਹੁੰਦਾ। ਆਖੋ ਸ੍ਰੀ ਵਾਹਿਗੁਰੂ, ਕਿ ਸਾਰਾ ਕੁਝ ਹੀ ਬ੍ਰਹਮ ਦੇ ਵਿੱਚ ਹੈ, ਬ੍ਰਹਮ ਤੋਂ ਬਾਹਰ ਤੇ ਕੁਛ ਨਹੀਂ ਨਾ। ਬ੍ਰਹਮ ਦੀਸੈ ਬ੍ਰਹਮ ਸੁਣੀਐ, ਏਕ ਏਕ ਵਖਾਣੀ। ਆ ਜੋ ਤੁਸੀਂ ਦੇਖ ਰਹੇ ਹੋ, ਜੋ ਸੁਣ ਰਹੇ ਹੋ, ਬ੍ਰਹਮ ਹੈ। ਇਹਦੇ ਵਿੱਚ ਚੰਗਾ ਮਾੜਾ ਉਹ ਸਾਡੇ ਖਿਆਲ ਨੇ। ਕਿਸੇ ਚੀਜ਼ ਨੂੰ ਚੰਗਾ ਕਹਿੰਦੇ ਅਸੀਂ, ਜਿਹੜੀ ਸਾਨੂੰ ਫਿੱਟ ਹੈ ਉਹ ਚੰਗਾ, ਜਿਹੜੀ ਅਣਫਿੱਟ ਹੈ ਉਹਨੂੰ ਅਸੀਂ ਮਾੜਾ ਕਹਿੰਦੇ ਹਾਂ। ਸਾਡੇ ਲਈ ਸੱਪ ਬੜਾ ਡੇਂਜਰਸ, ਬੜਾ ਖਤਰਨਾਕ, ਕਿਉਂਕਿ ਉਹ ਜ਼ਹਿਰੀਲਾ ਡੰਗ ਮਾਰ ਕੇ ਸਾਡੀ ਜਾਨ ਲੈ ਲਏਗਾ। ਸਾਨੂੰ ਸੱਪ ਤੋਂ ਨਫ਼ਰਤ ਹੈ, ਪਰ ਸੱਪਣੀ ਨੂੰ ਪੁੱਛੋ, ਉਹਦਾ ਉਹ ਪਤੀ ਹੈ। ਜ਼ਰੂਰੀ ਨਹੀਂ ਵੀ ਜਿਹੜੀ ਚੀਜ਼ ਸਾਨੂੰ ਫਿੱਟ ਨਹੀਂ, ਕਿਸੇ ਨੂੰ ਵੀ ਫਿੱਟ ਨਾ ਹੋਵੇ। ਵਾਹਿਗੁਰੂ ਦੇ ਬਣਾਏ ਹੋਏ ਸੰਸਾਰ ਦੇ ਵਿੱਚ ਵਾਹਿਗੁਰੂ ਦੀ ਸਾਰੀ ਰਚਨਾ ਠੀਕ ਹੀ ਠੀਕ ਹੈ। ਪਹਿਲੀ ਗੱਲ, ਬ੍ਰਹਮ ਗਿਆਨੀ ਦੀ ਇਹ ਦ੍ਰਿਸ਼ਟੀ ਹੁੰਦੀ ਹੈ, ਮਨ ਸਾਚਾ ਮੁਖ ਸਾਚਾ ਸੋਏ, ਅਵਰ ਨਾ ਪੇਖੈ ਏਕਸ ਬਿਨ ਕੋਏ। ਨਾਨਕ ਇਹ ਲੱਛਣ ਬ੍ਰਹਮ ਗਿਆਨੀ ਹੋਏ। ਅਤੇ ਭਾਈ ਗੁਰੂ ਤੇ ਬ੍ਰਹਮ ਹੈ, ਗੁਰੂ ਤੇ ਬ੍ਰਹਮ 'ਚ ਫਰਕ ਹੀ ਕੋਈ ਨਹੀਂ। ਤੁਸੀਂ ਫਿਰ ਗੁਰੂ ਤੇ ਸ਼ੰਕਾ ਨਾ ਕਰੋ। ਸ਼੍ਰੀ ਪਰਮੇਸ਼ਰ ਕੇ ਅਵਤਾਰ। ਸ਼੍ਰੀ ਪਰਮੇਸ਼ਰ ਅਕਾਲ ਪੁਰਖ ਦੇ ਅਵਤਾਰ ਹਨ 6ਵੇਂ ਪਾਤਸ਼ਾਹ। ਗਤ ਨਹਿ ਜਾਣੀ ਜਾਏ ਉਦਾਰ। ਉਹਨਾਂ ਦੀ ਗਤ ਮਿੱਤ ਕੋਈ ਨਹੀਂ ਜਾਣ ਸਕਦਾ। ਪ੍ਰਭ ਕੀ ਗਤ ਨਹਿ ਕੋਊ ਜਾਣੈ, ਜੋਗੀ ਜਤੀ ਤਪੀ ਪਚ ਹਾਰੇ, ਅਰਬੋ ਲੋਕ ਸਿਆਣੇ। ਉਹਨਾਂ ਦੀ ਗਤ ਨੂੰ ਕੋਈ ਨਹੀਂ ਸਮਝ ਸਕਦਾ। ਕ੍ਰਿਸ਼ਨ ਅਨੇਕ ਮਰਜ਼ਾਦਾ ਤੋਰੀ। ਦੇਖੋ ਭਗਵਾਨ ਕ੍ਰਿਸ਼ਨ ਜੀ ਨੇ ਬੜੀਆਂ ਮਰਿਆਦਾ ਤੋੜੀਆਂ। ਬਹੁਤ ਕੁਝ ਉਹਨਾਂ ਨੇ ਜ਼ਮਾਨੇ ਦੇ ਹਿਸਾਬ ਨਾਲ ਕੀਤਾ। ਪਿਛਲੀ ਮਰਿਆਦਾ ਤੋੜੀ ਉਹਨਾਂ ਨੇ। ਹਾਂਜੀ, ਕਿਸ ਕੀ ਲਾਜ ਕੀਨ ਨਹਿ ਥੋਰੀ। ਤੇ ਕਿਸੇ ਦੀ ਪਰਵਾਹ ਨਹੀਂ ਕੀਤੀ ਕ੍ਰਿਸ਼ਨ ਜੀ ਨੇ, ਵੀ ਦੁਨੀਆ ਕੀ ਕਹੇਗੀ, ਚੰਗਾ ਕਹੇਗੀ, ਮਾੜਾ ਕਹੇਗੀ। ਬੜੀ ਨਿੰਦਾ ਕ੍ਰਿਸ਼ਨ ਦੀ। ਕ੍ਰਿਸ਼ਨ ਦੀ ਨਿੰਦਾ ਦੇ ਤੇ ਗ੍ਰੰਥ ਭਰੇ ਪਏ। ਉਹਨਾਂ ਦੇ ਆਪਣੇ ਗ੍ਰੰਥਾਂ ਵਿੱਚ ਵੀ ਨਿੰਦਾ ਤੇ ਵਿਰੋਧੀਆਂ ਦੇ ਤਾਂ ਹੈ ਹੀ ਹੈ, ਪਰ ਕ੍ਰਿਸ਼ਨ ਦੇ ਭਗਤਾਂ ਦੇ ਮਨ 'ਚ ਅਜੇ ਕੋਈ ਸ਼ੰਕਾ ਨਹੀਂ ਹੈ। ਉਹ ਹਰ ਚੀਜ਼ ਉਹ ਭਗਵਾਨ ਦੀ ਲੀਲਾ ਕਹਿੰਦੇ ਆ। ਅਤੇ ਸਿੱਖੋ, ਤੁਸੀਂ ਗੁਰੂ ਦੀ ਲੀਲਾ ਨੂੰ ਸਮਝਦੇ ਨਹੀਂ। ਆਪਣਾ ਤਰਕ ਵਾਲਾ ਜਿਹੜਾ ਦਿਮਾਗ ਦਾ ਹਿੱਸਾ ਨਾ, ਉਹਨੂੰ ਬੰਦ ਕਰੋ। ਤਰਕ ਹੀ ਖਰਾਬ ਕਰਦੀ ਹੈ। ਤਰਕ ਨਾ ਚਾਹ, ਭਰਮੀਆਂ ਚਾਹ। ਆਖੋ ਸਤਿਨਾਮ ਸ੍ਰੀ ਵਾਹਿਗੁਰੂ। ਮਹਾਰਾਜ ਗੁਰੂ ਗ੍ਰੰਥ ਸਾਹਿਬ ਬਚਨ ਲਿਖਿਆ, ਤਰਕ ਨਾ ਚਾਹ, ਤੂੰ ਤਰਕ ਨਾ ਕਰ, ਭਰਮ ਜਾਏਗਾ। ਜੇ ਤੂੰ ਤਰਕ ਕਰੇਗਾ ਤਾਂ ਜਨਮ ਮਰਨ ਦੇ ਚੱਕਰ 'ਚ ਪਏਗਾ। ਇਸ ਕਰਕੇ ਆਪਣੇ ਕਲਿਆਣ ਲਈ ਤਰਕ ਨੂੰ ਤਿਆਗਣਾ ਹੀ ਸੁਖਦਾਈ ਹੈ। ਸਿੱਖੋ, ਤਰਕ ਨਾ ਕਰੋ ਗੁਰੂ ਦੀ ਗੱਲ ਉੱਤੇ। ਕਰਤ ਰਹੇ ਨਿੰਦਾ ਅਨਜਾਨ। ਭਗਵਾਨ ਕ੍ਰਿਸ਼ਨ ਜੀ ਦੀ ਬੜੀ ਨਿੰਦਾ ਕਰਦੇ ਰਹੇ ਲੋਕ। ਅਣਜਾਣ ਬੰਦੇ ਕਰੀ ਜਾਂਦੇ, ਅਜੇ ਵੀ ਕਰਦੇ ਆ ਕਈ। ਹਾਂਜੀ, ਸੋ ਈਸ਼ਵਰ ਨਿਰਲੇਪ ਮਹਾਨ। ਪਰ ਕ੍ਰਿਸ਼ਨ ਅੰਦਰੋਂ ਨਿਰਲੇਪ ਸੀ। ਬਾਹਰੋਂ ਸਾਰੀ ਕਿਰਿਆ ਕਰ ਰਹੇ ਸੀ। ਉਹ ਰਾਜ ਵੀ ਕਰ ਰਹੇ ਸੀ, ਜੰਗ ਵੀ ਕਰ ਰਹੇ ਸੀ, ਉਹ ਪ੍ਰੇਮ ਵੀ ਕਰ ਰਹੇ ਸੀ। ਆਪੇ ਗੋਪੀ ਆਪੇ ਕਾਨਾ, ਆਪੇ ਗਊ ਚਰਾਵੈ ਬਾਨਾ। ਗੁਰੂ ਰਾਮਦਾਸ ਸਾਹਿਬ ਨੇ ਲਿਖਿਆ ਨਾ, ਆਪੇ ਗੋਪੀ ਆਪੇ ਕਾਨਾ, ਆਪੇ ਗਊ ਚਰਾਵੈ ਬਾਨਾ। ਉਹ ਤਾਂ ਲੀਲਾ ਦੇ ਵਿੱਚ ਜਿਨ੍ਹਾਂ ਨੂੰ ਸ਼ੰਕਾ ਪੈਂਦਾ ਪਈ ਜਾਵੇ, ਪਰ ਅੰਦਰੋਂ ਨਿਰਲੇਪ ਸਨ। ਹਾਂਜੀ,
ਜੇ ਤੁਮ ਚਾਹਤ ਕਛੂ ਕਹਾਇਓ। ਬਾਕੀ ਜੇ ਤੁਸੀਂ ਕਹਾਉਣਾ ਚਾਹੁੰਦੇ ਹੋ ਗੁਰੂ ਸਾਹਿਬ ਨੂੰ, ਚਾਹਤ ਹੋ ਇਹ ਭਰਮ ਹਟਾਇਓ। ਇਹ ਭਰਮ ਆਪਣੇ ਮਨ ਚੋਂ ਹਟਾਉਣਾ ਚਾਹੁੰਦੇ ਹੋ, ਤੁਹਾਨੂੰ ਲੱਗਦਾ ਵੀ ਗੁਰੂ ਸਾਹਿਬ ਨੂੰ ਕਹਿਣਾ ਬਹੁਤ ਜ਼ਰੂਰੀ ਹੈ, ਹਾਂਜੀ, ਤਉ ਬ੍ਰਿਧ ਨਿਕਟ ਬੇਨਤੀ ਕਰੀਆ ਹੈ। ਤਾਂ ਵੱਡੇ ਨੇ ਬਾਬਾ ਬੁੱਢਾ ਸਾਹਿਬ ਜੀ। ਦੇਖੋ ਸਾਧ ਸੰਗਤ ਨੂੰ ਕਹਿੰਦੇ ਮਰਿਆਦਾ। ਜੇ ਸਾਡੇ ਵਰਗੇ ਹੁੰਦੇ ਉਹ ਕਹਿੰਦੇ ਚਲੋ ਮੈਂ ਹੀ ਕਹਿ ਦਿੰਦਾ। ਹਾਲਾਂਕਿ ਭਾਈ ਗੁਰਦਾਸ ਕੋਈ ਛੋਟੇ ਤਾਂ ਨਹੀਂ ਸੀ। ਭਾਈ ਗੁਰਦਾਸ ਕੋਈ ਛੋਟੀ ਹਸਤੀ ਨਹੀਂ ਸੀ, ਬਹੁਤ ਵੱਡੇ ਸੀ। ਪਰ ਉਹਨਾਂ ਨੇ ਵੀ ਆਖਿਆ ਵੀ ਸਾਡੇ ਤੋਂ ਵੱਡੇ ਬੈਠੇ ਆ, ਫਿਰ ਅਸੀਂ ਕਿਵੇਂ ਕਹਿ ਸਕਦੇ ਹਾਂ। ਆਖੋ ਸਤਿਨਾਮ ਸ੍ਰੀ ਵਾਹਿਗੁਰੂ। ਇਹ ਗੱਲਾਂ ਨੇ ਜਿਹੜੀਆਂ ਸਾਧ ਸੰਗਤ ਜੀ ਮਹਾਂਪੁਰਸ਼ਾਂ ਤੋਂ ਸਿੱਖੀਆਂ ਜਾਂਦੀਆਂ, ਸਮਝੀਆਂ ਜਾਂਦੀਆਂ। ਅੱਜ ਕੱਲ੍ਹ ਵਾਲਿਆਂ ਨੂੰ ਇਹ ਪਤਾ ਨਹੀਂ ਆ, ਕਹਿਣਾ ਵੀ ਬਾਬਾ ਬੁੱਢਾ ਜੀ ਨੂੰ ਕੀ ਲੋੜ ਹੈ, ਮੈਂ ਆਪੇ ਹੀ ਜਾ ਕੇ ਕਹਿ ਦਿੰਦਾ, ਆਪ ਹੀ ਚੌਧਰੀ ਬਣ ਜਾਣਾ ਸੀ। ਪਰ ਨਹੀਂ, ਭਾਈ ਗੁਰਦਾਸ ਜੀ ਕਹਿੰਦੇ ਜੇ ਬੇਨਤੀ, ਅੱਬਲ ਤਾਂ ਸ਼ੰਕਾ ਹੀ ਨਾ ਕਰੋ, ਜੇ ਕੋਈ ਬੇਨਤੀ ਕਰਨੀ ਵੀ ਹੈ ਤੇ ਆਪਾਂ ਬਾਬਾ ਬੁੱਢਾ ਸਾਹਿਬ ਨੂੰ ਬੇਨਤੀ ਕਰੀਏ, ਉਹ ਕਹਿਣਗੇ, ਉਹ ਸਤਿਗੁਰਾਂ ਨਾਲ ਬਚਨ ਕਰਨਗੇ। ਮੇਰੀ ਇੰਨੀ ਔਕਾਤ ਨਹੀਂ ਮੈਂ ਮੇਰੀ ਪੀਰੀ ਦੇ ਮਾਲਕ ਸੱਚੇ ਪਾਤਸ਼ਾਹ ਨੂੰ ਕੋਈ ਗਿਆਨ ਦੇ ਸਕਾਂ, ਉਹਨਾਂ ਨੂੰ ਕੋਈ ਬਚਨ ਕਹਿ ਸਕਾਂ। ਹਾਂਜੀ, ਕਹਿਬੇ ਕੋ ਸਾਮਰਥ ਵਿਚਾਰੀਆ ਹੈ। ਕਿਉਂਕਿ ਬਾਬਾ ਬੁੱਢਾ ਜੀ ਕਹਿਣ ਜੇ ਸਮਰੱਥ ਨੇ। ਗੁਰੂ ਸਾਹਿਬ ਦਾ, ਗੁਰੂ ਨਾਨਕ ਦੇਵ ਜੀ ਦਾ ਉਹਨਾਂ ਨੂੰ ਬਖਸ਼ਿਸ਼ ਦਾ ਹੱਥ ਹੈ, ਅਧਿਕਾਰ ਮਿਲਿਆ ਹੋਇਆ, ਹੱਕ ਮਿਲਿਆ ਹੋਇਆ ਵੀ ਤੁਸੀਂ ਕਹਿ ਸਕਦੇ ਹੋ। ਬਾਬਾ ਜੀ ਕਹਿਣਗੇ ਤੇ ਗੁਰੂ ਸਾਹਿਬ ਜੀ ਮੰਨ ਲੈਣਗੇ। ਹਾਂਜੀ, ਸੁਨ ਕਰ ਸਿੱਖਨ ਬਹੁਰ ਬਖਾਨਾ। ਫਿਰ ਸਿੱਖਾਂ ਨੇ ਭਾਈ ਗੁਰਦਾਸ ਜੀ ਨੂੰ ਕਿਹਾ, ਤੁਮ ਪੀ ਚਲੋ ਬ੍ਰਿਧ ਕੇ ਥਾਨਾ। ਫਿਰ ਭਾਈ ਸਾਹਿਬ ਜੀ ਤੁਸੀਂ ਵੀ ਬਾਬਾ ਬੁੱਢਾ ਜੀ ਕੋਲ ਸਾਡੇ ਨਾਲ ਚੱਲੋ। ਆਪਾਂ ਬੀੜ ਸਾਹਿਬ ਚੱਲਨੇ ਆ, ਸਾਰੇ ਇਕੱਠੇ ਹੋ ਕੇ ਆਪਾਂ ਬਾਬਾ ਜੀ ਨੂੰ ਬੇਨਤੀ ਕਰਕੇ ਲਿਆਉਂਦੇ ਆ। ਬਾਬਾ ਜੀ ਆ ਕੇ ਕਹਿ ਦੇਣ ਮਹਾਰਾਜ ਨੂੰ, ਤੇ ਫਿਰ ਇਹ ਜਿਹੜੀ ਨਿੰਦਾ ਹੋ ਰਹੀ ਹੈ, ਚਰਚਾ ਚੱਲ ਰਹੀ ਹੈ ਛੇਵੇਂ ਪਾਤਸ਼ਾਹ ਬਾਰੇ, ਇਹ ਬੰਦ ਹੋ ਜਾਵੇ। ਹਾਂਜੀ, ਦਰਸ਼ਨ ਕਰਹੁ ਸੰਗ ਨਿਜ ਲਿਆਵਹਿ। ਨਾਲੇ ਬਾਬਾ ਜੀ ਦੇ ਦਰਸ਼ਨ ਕਰ ਆਉਂਦੇ ਚੱਲ ਕੇ, ਤੇ ਨਾਲੇ ਬਾਬਾ ਜੀ ਨੂੰ ਨਾਲ ਲੈ ਕੇ ਆਉਂਦੇ। ਤਿਨ ਤੇ ਗੁਰ ਢਿਗ ਸਗਲ ਕਹਾਵਹਿ। ਬਾਬਾ ਬੁੱਢਾ ਜੀ ਕੋਲੋਂ ਕਹਾਵਾਂਗੇ, ਗੁਰੂ ਸਾਹਿਬ ਨੂੰ ਬੇਨਤੀ ਕਰਾਵਾਂਗੇ। ਸੁਨ ਬੇਨਤੀ ਕੋ ਉਠ ਗੁਰਦਾਸ। ਹੁਣ ਸਿੱਖਾਂ ਦਾ ਬਚਨ ਮੋੜਿਆ ਨਹੀਂ ਸੀ ਜਾਂਦਾ, ਭਾਵੇਂ ਭਾਈ ਗੁਰਦਾਸ ਜੀ ਚਾਹੁੰਦੇ ਤੇ ਨਹੀਂ ਸੀ ਇਹ ਕੰਮ, ਪਰ ਗੁਰਸਿੱਖਾਂ ਦੀ ਵਿਚਾਰ ਹੋਵੇ ਨਾ ਜਦੋਂ, ਉਹਨੂੰ ਸੁਣਨਾ ਵੀ ਵਿਵੇਕ ਬੁੱਧੀ ਹੈ, ਤੇ ਉਹਦੇ ਨਾਲ ਜਿੰਨਾ ਕੁ ਹੋਵੇ ਯੋਗਦਾਨ ਪਾਉਣਾ ਪਵੇ। ਤੇ ਸਿੱਖ ਸਿਆਣੇ ਪਾਉਂਦੇ ਪੰਥ ਦੇ ਭਲੇ ਲਈ ਹੋਵੇ, ਪਰ ਉਹਨਾਂ ਨੇ ਸੋਚਿਆ ਵੀ ਇਹ ਗੁਰਸਿੱਖ ਸ਼ਰਧਾ ਵਾਲੇ ਨੇ ਤੇ ਆਪਾਂ ਇਹਨਾਂ ਦੇ ਨਾਲ ਚੱਲਦੇ। ਭਾਈ ਸਾਹਿਬ ਨਾਲ ਚੱਲ ਪਏ। ਸਿੱਖਨ ਸਹਿਤ ਗਏ ਬ੍ਰਿਧ ਪਾਸ। ਇਹ ਸਾਰੇ ਇਕੱਠੇ ਹੋ ਕੇ ਭਾਈ ਗੁਰਦਾਸ ਜੀ ਨੂੰ ਲੈ ਕੇ, ਭਾਈ ਕਿਸ਼ਨਾ, ਭਾਈ ਤੁਲਸੀਆ, ਭਾਈ ਜੈਤ, ਭਾਈ ਬਦਲੀ ਸੇਠੀ, ਇਹ ਸ੍ਰੀ ਅੰਮ੍ਰਿਤਸਰ ਤੋਂ ਚੱਲੇ ਤੇ ਬੀੜ ਬਾਬਾ ਬੁੱਢਾ ਜੀ ਝਬਾਲ ਉੱਥੇ ਚਲੇ ਗਏ। ਬੀੜ ਬਿਖਾ ਝੁੰਗੀ ਜਨ ਪਾਈ। ਆਖੋ ਸਤਨਾਮ ਸ੍ਰੀ ਵਾਹਿਗੁਰੂ। ਬਾਬਾ ਬੁੱਢਾ ਜੀ ਕਿੱਥੇ ਰਹਿੰਦੇ ਨੇ? ਬੀੜ ਸਾਹਿਬ, ਬੀੜ ਬਾਬਾ ਬੁੱਢਾ ਜੀ ਉੱਥੇ ਝੁੰਗੀ ਪਾਈ ਹੋਈ ਹੈ, ਕੱਖਾਂ ਦੀ ਕੁੱਲੀ 'ਚ ਰਹਿੰਦੇ ਆ ਮਹਾਂਪੁਰਸ਼। ਹਾਂਜੀ, ਇੱਕ ਰਸ ਬਿਰਤੀ ਆਨੰਦ ਠਹਿਰਾਈ। ਉਹ ਕੱਖਾਂ ਦੀ ਕੁੱਲੀ 'ਚ ਇੱਕ ਰਸ ਬਿਰਤੀ ਲਾ ਕੇ ਭਜਨ ਕਰਦੇ ਰਹਿੰਦੇ ਹਰ ਵੇਲੇ, ਹਰ ਵੇਲੇ ਵਾਹਿਗੁਰੂ ਵਾਹਿਗੁਰੂ ਜਪਦੇ। ਧਿਆਨ ਅੰਤਰਮੁਖੀ ਹੈ, ਆਤਮ ਤੱਤ ਨੂੰ ਜਾਣਦੇ, ਅਕਾਲ ਪੁਰਖ ਦੇ ਸਰੂਪ ਜਿਉਂਦਿਆਂ ਹੀ ਸਮਾਏ ਹੋਏ ਆ। ਮਰ ਕੇ ਤਾਂ ਸਾਧ ਸੰਗਤ ਜੀ ਪਤਾ ਨਹੀਂ ਸਮਾਣਾ ਕਿ ਨਹੀਂ ਸਮਾਣਾ। ਬ੍ਰਹਮ ਗਿਆਨੀ ਤਾਂ ਜਿਉਂਦੇ ਜਿਹੀ ਬ੍ਰਹਮ ਵਿੱਚ ਸਮਾ ਜਾਂਦਾ। ਬੇਣੀ ਕਹੈ ਸੁਨੋ ਰੇ ਭਗਤੋ, ਮਰਨ ਮੁਕਤ ਕਿਨ ਪਾਈ। ਮੂਏ ਹੋਏ ਜੋ ਮੁਕਤ ਦਿਓਗੇ, ਮੁਕਤ ਨਾ ਜਾਣੈ ਕੋਇ ਲਾ। ਮਰਿਆਂ ਨੂੰ ਮੁਕਤੀ ਦਿਓਗੇ ਮਹਾਰਾਜ, ਉਹਦਾ ਕੀ ਪਤਾ ਲੱਗਣਾ। ਜਿਉਂਦਿਆਂ ਮੁਕਤ ਕਰ ਦਿਓ ਨਾ, ਹੁਣੇ ਹੀ ਆਪਣੇ 'ਚ ਲੀਨ ਕਰ ਲਓ। ਬਾਬਾ ਬੁੱਢਾ ਜੀ ਮਹਾਰਾਜ ਇਸ ਤਰ੍ਹਾਂ ਦੇ ਸੀ, ਹਰ ਵੇਲੇ ਗੁਰੂ ਪਰਮੇਸ਼ਰ 'ਚ ਰਹਿੰਦੇ ਸੀ। ਉਹ ਸਰੀਰ ਦੇ ਵਿੱਚ ਹੁੰਦਿਆਂ ਵੀ ਉਹ ਬ੍ਰਹਮ ਦੇ ਵਿੱਚ ਸਨ। ਮਨ ਸਾਚਾ ਮੁਖ ਸਾਚਾ ਸੋਏ, ਅਵਰ ਨਾ ਪੇਖਿਆ ਏਕਸ ਬਿਨ ਕੋਏ। ਨਾਨਕ ਇਹ ਲੱਛਣ ਬ੍ਰਹਮ ਗਿਆਨੀ, ਹਰ ਵੇਲੇ ਬ੍ਰਹਮ ਨੂੰ ਹੀ ਦੇਖਦੇ ਸਨ। ਹਾਂਜੀ, ਜਾਏ ਨਿਕਟ ਬੰਧਨ ਸਭ ਕੀਨ। ਸਾਰੇ ਸਿੱਖਾਂ ਨੇ ਜਾ ਕੇ ਬਾਬਾ ਬੁੱਢਾ ਜੀ ਦੇ ਚਰਨਾਂ 'ਚ ਮੱਥਾ ਟੇਕਿਆ।
ਕਹਿਓ ਜੋਰ ਕਰ ਹੋਏ ਅਧੀਨ। ਔਰ ਹੱਥ ਜੋੜ ਕੇ ਬੜੀ ਨਿਮਰਤਾ ਨਾਲ ਆਖਿਆ, ਸਭ ਕੀ ਚਿੰਤਾ ਆਪ ਨਿਵਾਰਹੁ। ਇਹ ਬਾਬਾ ਜੀ ਅਸੀਂ ਤੁਹਾਡੇ ਚਰਨਾਂ 'ਚ ਆਏ ਹਾਂ, ਬੜੇ ਚਿੰਤਤ, ਸਾਡੀ ਚਿੰਤਾ ਦੂਰ ਕਰੋ। ਹਾਂਜੀ, ਤੁਮ ਹੀ ਉਚਿਤ ਹਿਰਦੈ ਨਿਰਧਾਰਹੁ। ਸਾਨੂੰ ਸਾਰੇ ਪਾਸਿਆਂ ਤੋਂ ਨਿਰਾਸ਼ ਹੋ ਕੇ ਤੁਹਾਡੀ ਆਸ ਹੈ, ਤੁਸੀਂ ਯੋਗ ਹੋ ਇਸ ਕੰਮ ਦੇ, ਤੁਸੀਂ ਇਹ ਚਿੰਤਾ ਦੂਰ ਕਰ ਸਕਦੇ ਹੋ, ਹੋਰ ਨਹੀਂ ਕੋਈ ਕਰ ਸਕਦਾ, ਹੋਰ ਕਿਸੇ ਦੇ ਵੱਸ ਦੀ ਗੱਲ ਹੀ ਨਹੀਂ ਹੈ। ਹਾਂਜੀ, ਗੁਰ ਨਿੰਦਾ ਨਹਿ ਜਾਏ ਸਹਾਰੀ। ਬਾਬਾ ਜੀ ਕਹਿਣ ਲੱਗੇ, ਭਾਈ ਕੀ ਚਿੰਤਾ ਤੁਹਾਨੂੰ? ਕਹਿੰਦੇ ਜੀ ਚਿੰਤਾ ਇਹ ਹੈ ਵੀ ਗੁਰੂ ਮਹਾਰਾਜ ਦੀ ਨਿੰਦਾ ਬੜੀ ਹੋ ਰਹੀ 6ਵੇਂ ਪਾਤਸ਼ਾਹ ਦੀ, ਤੇ ਉਹ ਨਿੰਦਾ ਸਾਥੋਂ ਜਰੀ ਨਹੀਂ ਜਾਂਦੀ, ਅਸੀਂ ਆਪਣੇ ਗੁਰੂ ਦੀ ਨਿੰਦਾ ਸੁਣ ਨਹੀਂ ਸਕਦੇ। ਹਾਂਜੀ, ਚਲ ਆਏ ਹਮ ਸ਼ਰਨ ਤਿਹਾਰੀ। ਤੇ ਅਸੀਂ ਮਹਾਰਾਜ ਤੁਹਾਡੀ ਸ਼ਰਨ ਆਏ ਹਾਂ। ਸਰਬ ਬਾਰਤਾ ਕਹਿ ਸਮਝਾਈ। ਤੇ ਆਪ ਜੀ ਸੱਚੇ ਪਾਤਸ਼ਾਹ ਜੀ ਨੂੰ ਜਾ ਕੇ ਸਾਰੀ ਗੱਲ ਕਹਿ ਸਕਦੇ ਹੋ, ਇਹ ਸਾਡੀ ਬੇਨਤੀ ਹੈ। ਕਹਿਓ ਮਰਮ ਗੁਰਦਾਸ ਬਣਾਈ। ਤੇ ਭਾਈ ਗੁਰਦਾਸ ਜੀ ਨੇ ਨਾ ਸਿੱਖਾਂ ਦੀ ਜਿਹੜੀ ਗੱਲ ਸੀ ਬਾਬਾ ਬੁੱਢਾ ਜੀ ਨੂੰ ਬੜੇ ਤਰੀਕੇ ਨਾਲ, ਕਿਉਂਕਿ ਹਰ ਬੰਦਾ ਗੱਲ ਨੂੰ ਸਮਝਾ ਨਹੀਂ ਸਕਦਾ, ਜਿਹੜੇ ਵੱਡੇ ਹੁੰਦੇ ਸਿਆਣੇ ਬੜੇ ਤਰੀਕੇ ਨਾਲ ਗੱਲ ਕਹਿੰਦੇ। ਬਾਬਾ ਬੁੱਢਾ ਜੀ ਨੂੰ ਸਾਰੀ ਬੇਨਤੀ ਨਾ ਭਾਈ ਗੁਰਦਾਸ ਜੀ ਨੇ ਹੱਥ ਜੋੜ ਕੇ ਕਰ ਦਿੱਤੀ ਕਿ ਬਾਬਾ ਜੀ ਇਹ ਸਾਰੀ ਸੰਗਤ ਤੁਹਾਡੇ ਕੋਲ ਆਈ, ਪਹਿਲਾਂ ਹੀ ਮੇਰੇ ਕੋਲ ਆਏ ਸਨ, ਮੈਂ ਕਿਹਾ ਵੱਡਿਆਂ ਕੋਲ ਚੱਲਦੇ ਹਾਂ, ਤੁਹਾਡੇ ਕੋਲ ਆ ਗਏ, ਤੁਸੀਂ ਮਹਾਂਪੁਰਸ਼ੋ ਕਿਰਪਾ ਕਰੋ, ਇਹ ਜਿਹੜਾ ਇਹਨਾਂ ਸਿੱਖਾਂ ਦੇ ਮਨ ਦਾ ਖਦਸ਼ਾ ਜਿਹਾ ਬਣਿਆ ਹੋਇਆ, ਇਹਨਾਂ ਦੇ ਮਨ 'ਚ ਚਿੰਤਾ ਜੀ ਲੱਗੀ ਹੈ, ਇਹ ਦੂਰ ਕਰ ਦਿਓ। ਹਾਂਜੀ, ਸੁਨ ਬ੍ਰਿਧ ਸਭ ਕੋ ਕਹਿਓ ਸੁਨਾਈ। ਸੁਣ ਕੇ ਬਾਬਾ ਬੁੱਢਾ ਜੀ ਬੋਲੇ, ਸਮਰੱਥ ਕੋ ਨਹਿ ਦੋਸ਼ ਕਦਾਈ। ਆਖੋ ਸਤਿਨਾਮ ਸ੍ਰੀ ਵਾਹਿਗੁਰੂ। ਕਹਿੰਦੇ ਭਾਈ ਸਿੱਖੋ, ਸਮਰੱਥ ਪੁਰਸ਼ਾਂ ਨੂੰ ਦੋਸ਼ ਨਹੀਂ ਹੁੰਦਾ, ਉਹਨਾਂ ਪਾਪ ਪੁੰਨ ਨਹੀਂ ਹੁੰਦਾ। ਪਰਮੇਸ਼ਰ ਦੇ ਅਵਤਾਰ ਜਿਹੜੇ ਹੁੰਦੇ ਨਾ, ਉਹਨਾਂ ਨੂੰ ਕੋਈ ਪਾਪ ਨਹੀਂ ਹੁੰਦਾ, ਨਾ ਉਹਨਾਂ ਨੂੰ ਪੁੰਨ ਹੁੰਦਾ। ਬ੍ਰਹਮ ਗਿਆਨੀ ਨੂੰ ਵੀ ਪਾਪ ਨਹੀਂ ਹੁੰਦਾ, ਤੇ ਬ੍ਰਹਮ ਗਿਆਨੀ ਨੂੰ ਪੁੰਨ ਵੀ ਨਹੀਂ ਹੁੰਦਾ। ਜਿੰਨੇ ਮਰਜ਼ੀ ਪੁੰਨ ਕਰੀ ਜੇ ਉਹਨੂੰ ਕੋਈ ਪੁੰਨ ਮਿਲਣਾ ਥੋੜ੍ਹਾ, ਕਿਉਂਕਿ ਭੁੱਜੇ ਹੋਏ ਦਾਣੇ ਦੁਬਾਰਾ ਨਹੀਂ ਉੱਗਦੇ। ਆਖੋ ਵਾਹਿਗੁਰੂ। ਭੁੱਜੇ ਹੋਏ ਦਾਣੇ ਦੁਬਾਰਾ ਉੱਗਦੇ ਆ? ਬ੍ਰਹਮ ਗਿਆਨੀ ਤਾਂ ਭੁੱਜ ਗਿਆ, ਗਿਆਨ ਦੀ ਅਗਨੀ ਵਿੱਚ ਸੜ ਗਿਆ। ਬ੍ਰਹਮ ਗਿਆਨ ਦੀ ਬ੍ਰਹਮ ਅਗਨ ਸਹਿਜੇ ਪਰ ਜਾਲੀ, ਬ੍ਰਹਮ ਅਗਨ ਸਹਿਜੇ ਪਰ ਜਾਲੀ। ਬ੍ਰਹਮ ਦੀ ਅੱਗ ਬਲੀ ਹੈ, ਉਹਦੇ ਵਿੱਚ ਭੁੱਜ ਗਿਆ। ਬ੍ਰਹਮ ਅਗਨ ਸਹਿਜੇ ਪਰ ਜਾਲੀ, ਇੱਕ ਹੈ ਚੋਟ ਸਜਾਇਆ। ਜਿਹੜਾ ਬ੍ਰਹਮ ਰੂਪ ਹੋ ਗਿਆ, ਉਹਦੇ ਉੱਤੇ ਕਰਮ ਦਾ ਬੰਧਨ ਨਹੀਂ ਹੈ। ਜੀਵ ਤੇ ਕਰਮ ਦਾ ਬੰਧਨ ਹੈ, ਬ੍ਰਹਮ ਤੇ ਕਰਮ ਦਾ ਬੰਧਨ ਨਹੀਂ। ਇਹ ਬੜਾ ਡੂੰਘਾ ਫਲਸਫਾ ਚੱਲ ਗਿਆ। ਬਾਬਾ ਬੁੱਢਾ ਜੀ ਕਹਿੰਦੇ ਜਿੱਥੇ ਗੁਰੂ ਸਾਹਿਬ ਪਹੁੰਚੇ ਨਾ, ਉਹ ਤੱਤ ਹੈ ਜਿੱਥੇ ਕਰਮ ਦਾ ਅੰਕੁਰ ਜਾਗ ਨਹੀਂ ਸਕਦਾ। ਜਿਵੇਂ ਭੁੱਜੇ ਹੋਏ ਦਾਣੇ ਦਾ ਅੰਕੁਰ ਨਹੀਂ ਨਾ ਉੱਗਦਾ, ਜਿੰਨਾ ਮਰਜ਼ੀ ਜ਼ਮੀਨ 'ਚ ਪਾਣੀ ਵੀ ਪਾਈ ਜਾਓ, ਰੇਹ ਖਾਦ ਪਾਈ ਜਾਓ, ਜੋ ਮਰਜ਼ੀ ਕਰੀ ਜਾਓ, ਉੱਗਣਾ ਹੀ ਨਹੀਂ। ਜਿੱਥੇ ਬ੍ਰਹਮ ਅਗਨੀ ਨੇ ਉਹ ਜਿਹੜਾ ਅੰਕੁਰ, ਕਰਮਾਂ ਦਾ ਅੰਕੁਰ ਸਾੜ ਦਿੱਤਾ ਹੁੰਦਾ। ਸਾਡਾ ਕਰਮਾਂ ਦਾ ਅੰਕੁਰ ਹਰਾ ਰਹਿੰਦਾ। ਅਸੀਂ ਜਿਹੜਾ ਵੀ ਕਰਮ ਕਰਦੇ ਹਾਂ ਉਹਦਾ ਅੱਗੇ ਦੀ ਅੱਗੇ ਹਿਸਾਬ ਚੱਲੀ ਜਾਂਦਾ। ਜੋ ਅਸੀਂ ਸੁਣਦੇ ਹਾਂ, ਜੋ ਦੇਖਦੇ ਹਾਂ, ਜੋ ਬੋਲਦੇ ਹਾਂ, ਖਾਂਦੇ ਪੀਂਦੇ ਹਾਂ, ਲੈਂਦੇ ਦਿੰਦੇ ਹਾਂ, ਹੱਸਦੇ ਰੋਂਦੇ, ਸਾਰੀ ਕਿਰਿਆ ਕਰਮ ਬਣ ਰਹੀ ਸਾਡੀ। ਉਹਦੇ ਵਿੱਚੋਂ ਗਾਂਹ ਦੀ ਗਾਂਹ ਬੀਜ 'ਚੋਂ ਬੀਜ ਨਿਕਲੀ ਆਉਂਦਾ। ਜੇ ਬੀਜ ਭੁੱਜ ਜਾਵੇ ਤਾਂ ਫਿਰ ਬੀਜ 'ਚੋਂ ਬੀਜ ਕਿਵੇਂ ਨਿਕਲੇਗਾ? ਬ੍ਰਹਮ ਗਿਆਨੀ ਦੇ ਅੰਦਰ ਅਗਨੀ ਗਿਆਨ ਦੀ ਪ੍ਰਗਟ ਹੁੰਦੀ ਹੈ, ਉਹ ਬੀਜ ਭੁੱਜ ਜਾਂਦਾ, ਮੁੜ ਕੇ ਨਹੀਂ ਉੱਗਦਾ। ਇਸ ਕਰਕੇ ਮਹਾਰਾਜ ਕਹਿੰਦੇ, ਬਾਬਾ ਬੁੱਢਾ ਜੀ ਕਹਿੰਦੇ, ਸਮਰੱਥ ਨੂੰ ਦੋਸ਼ ਨਹੀਂ ਹੁੰਦਾ, ਉਹਨੂੰ ਪਾਪ ਵੀ ਨਹੀਂ ਹੁੰਦਾ, ਉਹਨੂੰ ਪੁੰਨ ਵੀ ਨਹੀਂ ਹੁੰਦਾ। ਹਾਂਜੀ, ਚਾਹੈ ਸੋ ਕਰੈ ਨ ਭਰਮ ਹਿਰਦੇ। ਜੋ ਚਾਹਣ ਕਰੀ ਜਾਣ। ਛੇਵੇਂ ਪਾਤਸ਼ਾਹ ਜੋ ਚਾਹਣ ਕਰੀ ਜਾਣ, ਜੋ ਵੀ ਕਰੀ ਜਾਣ, ਉਹ ਤੇ ਸ਼ੰਕਾ ਨਹੀਂ ਕਰਨਾ। ਦੇਖੋ ਬਾਬਾ ਬੁੱਢਾ ਜੀ ਦੀ ਕੈਸੀ ਦ੍ਰਿਸ਼ਟੀ, ਗੁਰੂ ਸਾਹਿਬ ਤੇ ਕੈਸਾ ਨਿਸ਼ਚਾ। ਕਿਆ ਅਸੀਂ ਐਸਾ ਨਿਸ਼ਚਾ ਰੱਖ ਸਕਦੇ ਹਾਂ? ਅਸੀਂ ਤਾਂ ਕਹਿੰਦੇ ਨੇ ਗੁਰੂ ਇੱਦਾਂ ਨਹੀਂ, ਇੱਦਾਂ ਹੋਣਾ ਚਾਹੀਦਾ। ਅੱਜ ਦੇ ਸਾਡੇ ਸਿੱਖ ਕਹਿੰਦੇ ਗੁਰੂ ਦਾ ਇਤਿਹਾਸ ਹੀ ਬਦਲ ਦਿਓ, ਗੁਰੂ ਦੇ ਕੱਪੜੇ ਹੀ ਬਦਲ ਦਿਓ। ਇੱਕ ਸਾਨੂੰ ਮਿਲਿਆ ਬੰਦਾ ਕਹਿੰਦਾ ਗੁਰੂ ਘੋੜੇ 'ਤੇ ਕਿਉਂ ਚੜ੍ਹਦਾ? ਕਹਿੰਦੇ ਘੋੜਿਆਂ ਦੇ ਉੱਤੇ ਜ਼ੁਲਮ ਹੁੰਦਾ, ਘੋੜਿਆਂ 'ਤੇ ਬਹਿਣਾ। ਦੇਖੋ ਇਹ ਆਪਣੇ ਖਿਆਲਾਂ ਨੂੰ ਕਿੱਧਰ ਲਾ ਰਹੇ ਹੈ। ਸਾਧ ਸੰਗਤ ਜੀ, ਗੁਰੂ ਦੇ ਕਿਸੇ ਵੀ
ਕੰਮ ਦੇ ਉੱਤੇ ਸ਼ੰਕਾ ਕਰਨਾ ਸ਼ਰਧਾ ਤੋਂ ਹੀਣੇ ਹੋਣ ਦੀ ਨਿਸ਼ਾਨੀ ਹੈ। ਭਾਈ ਸਾਹਿਬ ਭਾਈ ਗੁਰਦਾਸ ਜੀ ਤੇ ਬਾਬਾ ਬੁੱਢਾ ਜੀ ਕਹਿੰਦੇ ਸਿੱਖੋ ਭਰਮ ਨਾ ਕਰੋ। ਕਰਮਨ ਤੇ ਲਿਪਾਏ ਨਹਿ ਕਦੇ। ਕਹਿੰਦੇ ਕਰਮਾਂ ਤੋਂ ਕਦੀ ਲਿਪਾਏਮਾਨ ਨਹੀਂ ਹੋਣਾ। ਕਹਿੰਦੇ ਕਦੀ ਵੀ ਕਰਮ ਦਾ ਬੰਧਨ ਨਹੀਂ, ਗੁਰੂ ਨੂੰ ਨਹੀਂ ਹੁੰਦਾ। ਸਿੱਖ ਨੂੰ, ਜੀਵ ਨੂੰ ਹੁੰਦਾ, ਇਨਸਾਨ ਨੂੰ ਹੁੰਦਾ, ਗੁਰੂ ਨੂੰ ਨਹੀਂ ਹੁੰਦਾ। ਹਾਂਜੀ। ਸੁਨ ਸਭ ਕੋ ਕਹਿਓ ਜਥਾਰਤ ਬਾਤੀ। ਬਾਬਾ ਬੁੱਢਾ ਜੀ ਨੇ ਸਾਰਿਆਂ ਨੂੰ ਸਮਝਾਇਆ, ਭਾਈ ਸਤਿਗੁਰੂ ਪਾਤਸ਼ਾਹ ਪੂਰੇ ਨੇ, ਉਹਨਾਂ ਉੱਤੇ ਕਰਮ ਦਾ ਬੰਧਨ ਨਹੀਂ ਹੈ। ਤਉ ਨ ਹਮ ਚਿਤ ਆਵਤ ਸ਼ਾਂਤੀ। ਸਾਰਿਆਂ ਨੇ ਕਿਹਾ ਬਾਬਾ ਜੀ ਗੱਲ ਇਦਾਂ ਹੀ ਹੈ, ਸਾਨੂੰ ਸ਼ੰਕਾ ਨਹੀਂ ਗੁਰੂ ਤੇ, ਸਾਨੂੰ ਨਹੀਂ ਸ਼ੰਕਾ, ਸਾਨੂੰ ਪਤਾ ਸਾਡਾ ਗੁਰੂ ਪੂਰਾ ਤੇ ਜੋ ਕਰ ਰਿਹਾ ਉਹ ਠੀਕ ਹੈ, ਇਹ ਵੀ ਸਾਨੂੰ ਨਿਸ਼ਚਾ। ਪਰ ਜਦੋਂ ਲੋਕ ਨਿੰਦਾ ਕਰਦੇ ਨੇ ਉਹ ਮਨ ਨੂੰ, ਸਾਡੇ ਮਨ ਨੂੰ ਡੋਲ ਪੈਂਦੀ ਹੈ। ਤੁਹਾਡਾ ਮਨ ਤਾਂ ਨਹੀਂ ਡੋਲਦਾ, ਕਿਉਂਕਿ ਤੁਹਾਡੇ ਵਾਸਤੇ ਤੇ ਨਿੰਦਾ ਵੀ ਤੇ ਉਸਤਤ ਵੀ ਇੱਕੋ ਜਿਹੀ ਹੈ। ਅਸੀਂ ਉਸ ਲੈਵਲ ਤੇ ਪਹੁੰਚੇ ਨਹੀਂ। ਸਾਨੂੰ ਹੁੰਦਾ ਵੀ ਗੁਰੂ ਦੀ ਨਿੰਦਾ ਹੋਣ ਲੱਗੀ, ਅਸੀਂ ਡਰ ਜਾਂਦੇ। ਹਾਂਜੀ। ਚਾਰਹੁ ਵਰਨ ਆਸ਼ਰਮ ਅਰ ਤੁਰ ਕਾ। ਕਿਉਂਕਿ ਇਸ ਵੇਲੇ 4 ਵਰਨ, ਹਿੰਦੂਆਂ ਦੇ 4 ਆਸ਼ਰਮ ਤੇ ਮੁਸਲਮਾਨ ਜਿੰਨੇ ਲੋਕ ਨੇ, ਹਿੰਦੂ ਮੁਸਲਮਾਨ, ਬਹੁ ਅਪਵਾਦ ਕਰਤ ਹੈ ਗੁਰ ਕਾ। ਉਹ ਗੁਰੂ ਦੀ ਨਿੰਦਾ ਦੇ ਲੱਗੇ ਹੋਏ ਨੇ। ਬਾਹਮਣ ਵੀ ਗੁਰੂ ਦੀ ਨਿੰਦਾ ਕਰ ਰਹੇ ਨੇ, ਖੱਤਰੀ ਵੀ ਗੁਰੂ ਦੀ ਨਿੰਦਾ ਕਰ ਰਹੇ ਨੇ, ਵੈਸ਼ ਵੀ ਗੁਰੂ ਦੀ ਨਿੰਦਾ ਕਰ ਰਹੇ ਨੇ, ਸ਼ੂਦਰ ਵੀ ਕਰ ਰਹੇ, ਬ੍ਰਹਮਚਾਰੀ ਵੀ ਕਰ ਰਹੇ ਨੇ, ਗ੍ਰਸਤੀ ਵੀ ਕਰ ਰਹੇ ਨੇ, ਬਾਨਪ੍ਰਸਤੀ ਵੀ ਕਰ ਰਹੇ ਨੇ, ਸੰਨਿਆਸੀ ਵੀ ਕਰ ਰਹੇ ਨੇ, ਹਿੰਦੂ ਵੀ ਕਰ ਰਹੇ ਨੇ ਤੇ ਮੁਸਲਮਾਨ ਵੀ ਕਰ ਰਹੇ ਨੇ। ਗੁਰੂ ਦਾ ਅਪਵਾਦ ਹੋ ਰਿਹਾ। ਇਹ ਦੁਖਦਾਈ ਗੱਲ ਹੈ ਸਾਡੇ ਵਾਸਤੇ। ਹਾਂਜੀ। ਚਲਹੁ ਆਪ ਮਿਲ ਗੁਰ ਸਮਝਾਏ। ਬਸ ਆਪ ਜੀ ਇੱਕ ਵਾਰੀ ਚੱਲੋ ਸਾਡੇ ਨਾਲ। ਗੁਰੂ ਹਰਗੋਬਿੰਦ ਸਾਹਿਬ ਜੀ ਨੂੰ ਬੇਨਤੀ ਕਰੋ, ਦੋਨੋਂ ਕੋ ਦੇਹ ਸੰਗ ਹਟਾਏ। ਹਾਂ, ਗੁਰੂ ਹਰਗੋਬਿੰਦ ਸਾਹਿਬ ਜੀ ਨੂੰ ਕਹੋ ਵੀ 2 ਬੰਦਿਆਂ ਦਾ ਸਾਥ ਛੱਡ ਦੇਣ, ਪੈਂਦੇ ਖਾਂ ਦਾ ਤੇ ਮਾਤਾ ਕੌਲਾਂ ਨੂੰ। ਇਹ ਆਪਣੇ ਤੋਂ ਥੋੜਾ ਦੂਰ ਕਰ ਦੇਣ ਤੇ ਫਿਰ ਨਿੰਦਾ ਆਪੇ ਹੀ ਬੰਦ ਹੋ ਜਾਏਗੀ। ਨਾ ਹੈ ਤਾਂ ਕੌਲਾ ਕੇਰ ਜ਼ਰੂਰ। ਹਾਂ, ਨਹੀਂ ਤਾਂ ਜੇ ਪੈਂਦੇ ਖਾਂ ਦੀ ਲੋੜ ਹੈ ਜੰਗ ਯੁੱਧ ਵਾਸਤੇ, ਕੌਲਾਂ ਦੀ ਕੀ ਲੋੜ ਹੈ? ਕੌਲਾਂ ਨੂੰ ਤਾਂ ਘੱਟੋ ਘੱਟ ਪਰੇ ਕਰ ਦੇਣ। ਉਹ ਮੁਸਲਮਾਨਾਂ ਦੀ ਲੜਕੀ ਹੈ, ਕਾਜੀ ਦੀ ਲੜਕੀ ਹੈ, ਗੁਰੂ ਘਰ ਦੇ ਵਿੱਚ ਰਹਿੰਦੀ ਹੈ, ਉਹਦੇ ਕਰਕੇ ਲੋਕ ਨਿੰਦਾ ਕਰਦੇ ਨੇ। ਸੰਗ ਛਟਾਵਹੁ ਸ੍ਰੀ ਗੁਰਪੂਰ। ਪੂਰੇ ਸਤਿਗੁਰੂ ਮਹਾਰਾਜ ਨੂੰ ਬੇਨਤੀ ਕਰਕੇ ਕੌਲਾਂ ਨੂੰ ਦੂਰ ਕਰ ਦਿਓ। ਤਬ ਗੁਰਦਾਸ ਕਹਿਓ ਸਿੱਖ ਸਾਰੇ। ਭਾਈ ਗੁਰਦਾਸ ਜੀ ਨੇ ਸਿੱਖਾਂ ਨੂੰ ਕਿਹਾ, ਆਏ ਪਰੇ ਅਬ ਸ਼ਰਨ ਤਿਹਾਰੇ। ਭਾਈ ਗੁਰਦਾਸ ਜੀ ਤੇ ਬਾਬਾ ਬੁੱਢਾ ਜੀ ਸਾਰੇ ਬੇਨਤੀ ਕਰਦੇ ਕਿ ਅਸੀਂ ਤੁਹਾਡੀ ਸ਼ਰਨ ਆਏ ਹਾਂ। ਮੈਂ ਭੀ ਰਹਿਓ ਬਹੁਤ ਸਮਝਾਏ। ਬਾਬਾ ਬੁੱਢਾ ਜੀ ਨੂੰ ਭਾਈ ਗੁਰਦਾਸ ਜੀ ਕਹਿੰਦੇ, ਮੈਂ ਇਹਨਾਂ ਸਿੱਖਾਂ ਨੂੰ ਪਹਿਲਾਂ ਇਹ ਗੱਲ ਸਮਝਾਈ ਹੈ, ਪਰ ਇਹ ਕਹਿੰਦੇ ਜ਼ਰੂਰ ਗੱਲ ਕਰਨੀ ਤੇ ਫਿਰ ਇਸ ਕਰਕੇ ਤੁਹਾਡੇ ਚਰਨਾਂ ਵਿੱਚ ਲੈ ਕੇ ਆਏ ਹਾਂ। ਇਨਕੀ ਇੱਛਾ ਦੇਹ ਪੁਜਾਏ। ਤੇ ਬਾਬਾ ਜੀ ਹੁਣ ਸਿੱਖਾਂ ਦੀ ਆਪ ਇੱਛਾ ਪੂਰੀ ਕਰ ਦਿਓ। ਸੁਣ ਸਭ ਤੇ ਬ੍ਰਿਧ ਕਰਨਾ ਧਾਰੀ। ਸਾਰਿਆਂ ਦੀ ਬੇਨਤੀ ਸੁਣ ਕੇ ਬਾਬਾ ਜੀ ਦਇਆ ਦੇ ਘਰ 'ਚ ਆ ਕੇ ਕਿਰਪਾ ਕੀਤੀ ਬਾਬਾ ਬੁੱਢਾ ਜੀ ਨੇ। ਗੁਰ ਮਿਲ ਬੇਹਿਤ ਹੋਇਆ ਕਰ ਤਿਆਰੀ। ਗੁਰੂ ਹਰਗੋਬਿੰਦ ਸਾਹਿਬ ਨੂੰ ਮਿਲਣ ਵਾਸਤੇ ਤਿਆਰੀ ਕੀਤੀ ਹੈ। ਭਾਇਓ ਸੰਗਪੁਰ ਕੋ ਚੱਲ ਆਏ। ਸਾਧ ਸੰਗਤ ਜੀ, ਸੰਗਤ ਦੇ ਨਾਲ ਉਹ ਜਿਹੜੇ ਸਿੱਖ ਗਏ ਸੀ, ਭਾਈ ਗੁਰਦਾਸ, ਭਾਈ ਬਦਲੀ ਸੇਠ ਸੋਢੀ, ਤੁਲਸੀਆ, ਕਿਸ਼ਨਾ, ਇਹਨਾਂ ਸਿੱਖਾਂ ਦੇ ਨਾਲ ਬਾਬਾ ਬੁੱਢਾ ਜੀ ਅੰਮ੍ਰਿਤਸਰ ਨੂੰ ਤੁਰ ਪਏ। ਬਚਨ ਬਿਲਾਸ ਕਰਤ ਸਮੁਦਾਏ। ਬਚਨ ਬਿਲਾਸ ਕਰਦੇ ਹੋਏ ਬਾਬਾ ਬੁੱਢਾ ਜੀ ਭਾਈ ਗੁਰਦਾਸ ਜੀ ਤੁਰੇ ਆਉਂਦੇ ਨੇ। ਦੋਹਰਾ ਬ੍ਰਿਧ ਭਾਈ ਗੁਰਦਾਸ ਕੋ ਆਗੇ ਕਰ ਸਮੁਦਾਏ। ਅੱਗੇ ਅੱਗੇ ਬਾਬਾ ਬੁੱਢਾ ਜੀ ਦੇ ਭਾਈ ਗੁਰਦਾਸ ਨੇ ਤੇ ਬਾਕੀ ਸਿੱਖ ਪਿੱਛੇ ਨੇ। ਪਹੁੰਚੇ ਪੁਰੀ ਬਿਲੋਕ ਕੈ ਸ੍ਰੀ ਅੰਮ੍ਰਿਤਸਰ ਥਾਏ। ਤੇ ਬੀੜ ਸਾਹਿਬ ਤੋਂ ਚੱਲੇ ਤੇ ਸ੍ਰੀ ਅੰਮ੍ਰਿਤਸਰ ਸਾਹਿਬ ਆ ਗਏ। ਚੌਪਈ
ਕਰ ਇਸ਼ਨਾਨ ਹਰ ਮੰਦਰ ਗਏ। ਔਰ ਇਸ਼ਨਾਨ ਕਰਕੇ ਸ੍ਰੀ ਹਰਿਮੰਦਰ ਸਾਹਿਬ ਗਏ ਨੇ। ਹਾਥ ਜੋਰ ਸਭ ਬੰਦਤ ਭਏ। ਹਰਿਮੰਦਰ ਸਾਹਿਬ ਮੱਥਾ ਟੇਕਿਆ ਬਾਬਾ ਬੁੱਢਾ ਜੀ ਤੇ ਭਾਈ ਗੁਰਦਾਸ ਜੀ ਸਿੱਖਾਂ ਸਮੇਤ। ਬਹੁਰ ਪ੍ਰਦਛਨਾ ਚੌਦਿਸ਼ ਫੇਰੇ। ਫਿਰ ਹਰਿਮੰਦਰ ਸਾਹਿਬ ਦੀਆਂ 4 ਪਰਿਕਰਮਾ ਕੀਤੀਆਂ ਨੇ। ਪੁਰਜਨ ਮਿਲੇ ਸੁਨਤ ਹਿਤ ਧਰੇ। ਸਾਰੇ ਸ਼ਹਿਰ ਦੀ ਸੰਗਤ ਆ ਕੇ ਮਿਲੀ। ਬਾਬਾ ਜਦੋਂ ਆਉਂਦੇ ਸੀ ਨਾ ਸਾਰੇ ਸਿੱਖ ਭੱਜੇ ਆਉਂਦੇ, ਬਾਬਾ ਜੀ ਆਏ। ਜਾ ਕੇ ਮੱਥਾ ਟੇਕਦੀ ਸੀ ਸੰਗਤ, ਸਤਿਕਾਰ ਕਰਦੀ ਸੀ। ਸਾਰੇ ਸ਼ਹਿਰ ਦੇ ਲੋਕ ਮਿਲੇ, ਬਾਬਾ ਬੁੱਢਾ ਜੀ ਆਏ ਹਨ। ਬੂਝੇ ਅਬ ਸਤਿਗੁਰ ਕੇ ਸਥਾਨ। ਫਿਰ ਬਾਬਾ ਬੁੱਢਾ ਜੀ ਨੇ ਪੁੱਛਿਆ ਸਿੱਖਾਂ ਨੂੰ, ਗੁਰੂ ਸਾਹਿਬ ਜੀ ਸਤਿਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਕਿੱਥੇ ਹਨ? ਪੁਰਜਨ ਭਨਿਓ ਆਪ ਸਭ ਜਾਨ। ਸੰਗਤ ਕਹਿਣ ਲੱਗੀ, ਬਾਬਾ ਜੀ ਆਪ ਸਭ ਜਾਣੀ ਜਾਣ ਹੋ। ਆਪ ਜੀ ਦੇ ਹਿਰਦੇ ਜੀ ਦਾ ਰਹਿੰਦੇ ਨੇ ਗੁਰੂ ਸਾਹਿਬ, ਹੋਰ ਕਿੱਥੇ ਰਹਿੰਦੇ ਨੇ? ਤੁਹਾਡੇ ਹਿਰਦੇ 'ਚ ਰਹਿੰਦੇ ਨੇ। ਹਾਂਜੀ। ਚੱਡੇ ਅਖੇਰ ਬ੍ਰਿਤ ਕੋ ਗਏ। ਹੁਣੇ ਕੁਝ ਸਮਾਂ ਪਹਿਲਾਂ ਸ਼ਿਕਾਰ ਖੇਡਣ ਗਏ ਨੇ ਘੋੜਿਆਂ ਤੇ। ਪੂਰਬ ਦੇਸ਼ ਕੋ ਸਨਮੁਖ ਭਏ। ਤੇ ਪੂਰਬ ਵਾਲੇ ਪਾਸੇ, ਸ੍ਰੀ ਅੰਮ੍ਰਿਤਸਰ ਤੋਂ ਪੂਰਬ ਵਾਲੇ ਪਾਸੇ ਨੂੰ ਗਏ ਨੇ। ਸੋਨ ਬ੍ਰਿਧ ਸਾਹਿਬ ਹਿਰਦਾ ਰਸਾਲੇ। ਸਾਧ ਸੰਗਤ ਜੀ, ਬਾਬਾ ਬੁੱਢਾ ਜੀ ਬ੍ਰਹਮ ਗਿਆਨੀ ਮਹਾਂਪੁਰਸ਼ ਜਦੋਂ ਇਹ ਸੁਣਿਆ ਵੀ 6ਵੇਂ ਪਾਤਸ਼ਾਹ ਸ਼ਿਕਾਰ ਪੂਰਬ ਵਾਲੇ ਪਾਸੇ ਨੂੰ ਗਏ ਨੇ, ਸਿੱਖ ਸੰਗ ਸਭ ਤਿਤ ਦੇਸ਼ ਚਾਲੇ। ਸਾਰੇ ਸਿੱਖਾਂ ਨੂੰ ਲੈ ਕੇ ਉਸ ਪਾਸੇ ਨੂੰ ਚੱਲ ਪਏ ਨੇ। ਅੱਗੇ ਕਥਾ ਸਾਧ ਸੰਗਤ ਜੀ ਵਿਸਥਾਰ ਦੇ ਨਾਲ ਆਪਾਂ ਸਰਵਣ ਕਰਾਂਗੇ। ਗੁਰੂ ਸਾਹਿਬ ਜੀ ਮਹਾਰਾਜ ਕਿਸ ਪ੍ਰਕਾਰ ਦੇ ਨਾਲ ਗੁਰੂ ਹਰਗੋਬਿੰਦ ਸਾਹਿਬ ਜੀ ਬਾਬਾ ਬੁੱਢਾ ਸਾਹਿਬ ਦਾ ਬਚਨ ਮੰਨ ਕੇ ਮਾਤਾ ਕੌਲਾਂ ਜੀ ਨੂੰ ਸ੍ਰੀ ਕਰਤਾਰਪੁਰ ਸਾਹਿਬ ਭੇਜਣਗੇ ਤੇ ਨਾਲ ਇਹ ਦੱਸਣਗੇ ਵੀ 14 ਦਿਨ ਬਾਕੀ ਉਹਨਾਂ ਦੀ ਉਮਰ ਹੈ ਤੇ ਉਹ ਹੁਣ ਚੜ੍ਹਾਈ ਕਰ ਜਾਏਗੀ। ਸੋ ਮਾਤਾ ਕੌਲਾਂ ਜੀ ਕਰਤਾਰਪੁਰ ਸਾਹਿਬ ਆ ਕੇ ਸੱਚਖੰਡ ਗਮਨ ਕੀਤਾ ਸੀ। ਉਹਨਾਂ ਦੀ ਸਮਾਧੀ, ਉਹਨਾਂ ਦਾ ਸਥਾਨ, ਉਹਨਾਂ ਦੀ ਕਬਰ ਬਣੀ ਹੋਈ ਹੈ ਸ੍ਰੀ ਕਰਤਾਰਪੁਰ ਸਾਹਿਬ ਜਲੰਧਰ ਦੇ ਕੋਲ। ਉਹ ਕਥਾ ਤੇ ਵਿਵੇਕਸਰ ਸਾਹਿਬ ਜੀ ਸਰੋਵਰ ਦੀ ਕਾਇਮੀ, ਇਹ ਸਾਰੀ ਕਥਾ ਆਪਾਂ ਕੱਲ੍ਹ ਨੂੰ ਸਰਵਣ ਕਰਾਂਗੇ। ਸਮੇਂ ਦੇ ਲਿਹਾਜ਼ ਨਾਲ ਸਮਾਪਤੀ ਹੈ। ਹੇ ਗੋਬਿੰਦ, ਹੇ ਗੋਪਾਲ।